बलबीर ब्रह्म सुख सागर गरत परत गहले ओ अंगुरिया गरत परत गहले हो अंगुरिया श्रवण न सुरत नैन सुंदर नहीं श्रवण न सुरत नैन सुंदर नहीं आरत द्वार रटत पिंगुरिया आरत द्वार रटत पिंगुरिया दीनानाथ अनाथ करुणा मैं दीनानाथ अनाथ करुणा मैं साजन मीत पिता महतरिया साजन मीत पिता महतरिया चरण कमल हृदय गह नानक पै सागर संत पारे उतरिया नाहु जति सती नहीं पढ़िया मूर्ख मुगधा जन्म पया प्राणवत नानक तिनकी सरना जिन तू नाही विसरिया जिन तू नाही विसरिया जिन तू नाही विसरिया सतनाम वाहेगुरु जी राग मारू महला पहला घर पंजवा एक ओंकार सत गुर प्रसाद अहनिस जागै नींद न सोवै सो जानै जिस वेदन होवै प्रेम के कान लगे तन भीतर वैद के जाने कारी जीओ अहनिस जागै नींद न सोवै सो जानै जिस वेदन होवै प्रेम के कान लगे तन भीतर वैद के जाने कारी जीओ
ਆਨ ਭਾਨ ਦੇਵਾਨ ਦੇਵ ਉਪਮਾ ਮਹਾਨ ਚੌਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਗੋਦੀ ਦਾ ਆਨੰਦ ਪ੍ਰਾਪਤ ਕਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ, ਮਿਹਰ ਕਰਕੇ ਸਾਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਇਹ ਅਮੋਲਕ ਘੜੀਆਂ ਬਖਸ਼ੀਆਂ ਨੇ। ਆਪ ਜੀ ਨੇ ਗੁਰੂ ਕੇ ਸਵਾਰਿਆਂ ਪਾਸੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਕਾਰਯੋਗ ਭਗਤ ਕਬੀਰ ਸਾਹਿਬਾਨ ਜੀ ਦੇ ਸ਼ਬਦ ਅਬ ਤਬ ਜਬ ਕਬ ਤੂਹੀ ਤੂਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ, ਤਿਸ ਪਾਵਨ ਸ਼ਬਦ ਦੇ ਕੀਰਤਨ ਨੂੰ ਸਰਵਣ ਕੀਤਾ ਹੈ। ਪਿਆਰਿਓ, ਗੁਰੂ ਦਾ ਭਰੋਸਾ ਇਹੋ ਜਿਹਾ ਹੈ ਜਿਸ ਦੇ ਅੰਦਰ ਗੁਰੂ ਦਾ ਭਰੋਸਾ ਵੱਜ ਜਾਏ, ਸੱਚੀ ਗੱਲ ਮੈਂ ਕੱਲ ਵੀ ਬੇਨਤੀ ਕੀਤੀ, ਉਹਦੇ ਵਾਸਤੇ ਨਰਕਾਂ ਦੀ ਅੱਗ ਵੀ ਜਿਹੜੀ ਆ ਬੁਝ ਜਾਂਦੀ ਆ, ਉਹਦੇ ਵਾਸਤੇ ਸੁਰਗਾਂ ਦੇ ਜਿਹੜੇ ਭੋਗ ਆ ਉਹ ਵੀ ਤੁੱਛ ਮਾਤ ਹੋ ਜਾਂਦੇ ਆ। ਗੁਰੂ ਦਾ ਭਰੋਸਾ ਹੋਵੇ ਤੇ ਪਿਆਰਿਓ, ਨੀਹਾਂ ਵਿੱਚ ਚਿਣੇ ਜਾਣਾ ਵੀ ਇੱਕ ਮਿੱਠਾ ਮੇਵਾ ਕਰਕੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਕਬੂਲ ਕੀਤਾ ਸੀ। ਪਿਆਰਿਓ, ਗੁਰੂ ਦਾ ਭਰੋਸਾ ਹੋਵੇ ਤੇ ਰਾਜ ਘਰਾਣਿਆਂ ਦੇ ਡੋਲਿਆਂ ਨੂੰ ਵੀ ਠੋਕਰਾਂ ਮਾਰੀਆਂ 5 ਤੇ 7 ਸਾਲ ਦੇ ਸਾਹਿਬਜ਼ਾਦਿਆਂ ਨੇ। ਗੁਰੂ ਦਾ ਭਰੋਸਾ ਹੋਵੇ ਪਿਆਰਿਓ, ਨਰਕਾਂ ਦੀ ਅੱਗ ਤੇ ਸਵਰਗਾਂ ਦੇ ਭੋਗ ਕੋਈ ਮਹਿਨਾ ਨਹੀਂ ਰੱਖਦੇ। ਕਬੀਰ ਸਾਹਿਬ ਜੀ ਕਹਿੰਦੇ, ਮੈਨੂੰ ਗੁਰੂ ਦਾ ਭਰੋਸਾ ਮਿਲ ਗਿਆ, ਹੁਣ ਮੈਂ ਇਹਨਾਂ ਚੀਜ਼ਾਂ ਤੋਂ ਉੱਚਿਆਂ ਉੱਠ ਗਿਆ। ਕਿਹੋ ਜਿਹਾ ਪਿਆਰ ਹੈ ਪਿਆਰਿਓ ਗੁਰੂ ਦਾ, ਕਿਹੋ ਜਿਹਾ ਆਸਰਾ ਹੈ ਗੁਰੂ ਦਾ, ਕਿਹੋ ਜਿਹਾ ਭਰੋਸਾ ਹੈ ਗੁਰੂ ਦਾ, ਕਿਹੋ ਜਿਹੀ ਓਟ ਹੈ ਗੁਰੂ ਦੀ, ਜਿਹੜੀ ਨਰਕਾਂ ਦੇ ਅੱਗ ਤੋਂ ਵੀ ਤੇ ਸਵਰਗਾਂ ਦੇ ਭੋਗਾਂ ਤੋਂ ਵੀ ਬੰਦੇ ਨੂੰ ਬਚਾ ਲੈਂਦੀ। ਖੈਰ ਪਿਆਰਿਓ, ਅੱਜ ਦਾ ਪ੍ਰਕਰਨ ਜੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ਾਂ ਕਰਦੇ ਨੇ। ਆਓ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਜਲੰਦੇ ਨੂੰ ਉਧਾਰਨ ਵਾਲੇ, ਸਤਨਾਮ ਦਾ ਚੱਕਰ ਫਿਰਾਉਣ ਵਾਲੇ, ਨਿਰੰਕਾਰ ਦੇ ਨਾਲ ਓਤ-ਪੋਤ ਗਰੀਬ ਨਵਾਜ ਦੇ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਦੀ ਕੋਸ਼ਿਸ਼ ਕਰੀਏ। ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਭਾਈ ਮਨਸੁਖ ਦੇ ਪਿਆਰਿਓ, ਜਿਸ ਤਰ੍ਹਾਂ ਭਾਈ ਮਨਸੁਖ ਦੇ ਅੰਦਰ ਨੂੰ ਸੁਖ ਦਿੱਤਾ, ਟਿਕਾ ਦਿੱਤਾ ਪਿਆਰਿਓ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕੌਡੇ ਦੇ ਤਪਦੇ ਹੋਇਆ ਕੜਾਹਿਆਂ ਨੂੰ ਉਠਾਰ ਦਿੱਤਾ, ਜਿਸ ਤਰ੍ਹਾਂ ਸੱਜਣ ਠੱਗ ਨੂੰ ਠੱਗੀਆਂ ਛਡਾ ਕੇ ਤੇ ਸੱਚੀ ਮੁੱਚੀ ਅੰਦਰੋਂ ਬਾਹਰੋਂ ਸੱਜਣ ਬਣਾ ਦਿੱਤਾ। ਅੱਜ ਬੇਨਤੀ ਕਰੀਏ, ਗਰੀਬ ਨਵਾਜ ਦਾਤਾ, ਤੇਰੇ ਅੰਮ੍ਰਿਤ ਸ਼ਬਦ ਦੀ ਵਿਚਾਰ ਆਰੰਭ ਹੋਣ ਲੱਗੀ ਹੈ। ਆਪ ਸਿਰ ਤੇ ਬਖਸ਼ੋ ਮੇਰਾ ਭਰਿਆ ਹੱਥ, ਆਪਣੇ ਪਾਵਨ ਦੀ ਸ਼ਬਦ ਦੀ ਵਿਚਾਰ ਆਪ ਵਿੱਚ ਵਰਤ ਕੇ ਕਰਵਾ ਲੈਣੀ। ਸਾਰੀ ਸੰਗਤ ਬਖਸ਼ੋ ਅਸੀਸ, ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੀਏ। ਤੇ ਪਿਆਰਿਓ, ਮੈਂ ਬੇਨਤੀ ਕਰਾਂ, ਗੁਰਦੁਆਰਾ ਸਾਹਿਬ ਵਿੱਚ ਆਉਣ ਦਾ ਲਾਹਾ ਹੀ ਇਹ ਹੈ ਜੇ ਸੁਰਤੀ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪਰਸੀਏ। ਆਓ ਕੋਸ਼ਿਸ਼ ਕਰੀਏ, ਰਸਨਾ ਦੇ ਨਾਲ ਗੁਰੂ ਦਾ ਮੰਤਰ, ਸੁਰਤੀ ਦੇ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕਰੀਏ। ਸਾਰੀ ਸੰਗਤ ਬਖਸ਼ੋ ਅਸੀਸ। ਗੱਲਾਂ ਤੋਂ ਸੰਕੋਚ ਕਰਨਾ ਅਤੇ ਆਪਣੀ ਰਸਨਾ ਨੂੰ ਸ਼ਬਦ ਦੇ ਨਾਲ ਪਵਿੱਤਰ ਕਰਨ ਦੀ ਕਿਰਪਾਲਤਾ ਕਰੋ। ਸਾਰੀ ਸੰਗਤ ਗੱਜ ਕੇ ਆਖਣਾ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖਣਾ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਿਆਰਿਓ, ਮੈਂ ਬੇਨਤੀ ਕਰਾਂ, ਅੱਜ ਦੇ ਸ਼ਬਦ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਪਾਸੇ ਜਿਨ੍ਹਾਂ ਦੇ ਸਿਰ ਦੇ ਉੱਤੇ ਜਮਾਦੂਤਾਂ ਦੀ ਤੇਗ ਜਿਹੜੀ ਆ ਘੁੰਮ ਰਹੀ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਪਾਸੇ ਉਹਨਾਂ ਬਾਰੇ ਦੱਸਦੇ ਨੇ ਕਿ ਪਿਆਰਿਆ, ਇਸ ਜ਼ਿੰਦਗੀ ਅੰਦਰ ਜੇ ਗੁਰੂ ਦੇ ਚਰਨਾਂ ਨਾਲ ਪ੍ਰੀਤੀ ਨਹੀਂ ਪਾਵੇਂਗਾ, ਪਿਆਰਿਆ, ਜੇ ਇਸ ਸੰਸਾਰ ਦੇ ਅੰਦਰ ਤੂੰ ਰੱਬ ਨਾਲ ਪ੍ਰੇਮ ਦੀ ਖੇਡ ਨਹੀਂ ਖੇਡੇਂਗਾ, ਪਿਆਰਿਆ, ਇਸ ਸੰਸਾਰ ਦੇ ਅੰਦਰ ਜੇ ਗੁਰੂ ਦੇ ਕਹੇ ਹੋਏ ਰਾਹ ਉੱਤੇ ਤੂੰ ਨਹੀਂ ਚੱਲੇਂਗਾ ਤਾਂ ਤੇਰੇ ਵਾਸਤੇ ਜਮਦੂਤਾਂ ਦੀ ਜਿਹੜੀ ਜਿਹਦੇ ਬਾਰੇ ਕਬੀਰ ਸਾਹਿਬ ਜੀ ਕਹਿੰਦੇ ਨੇ, ਜਮ ਕਾਠੇਂਗਾ।
ਜਾਂ ਪਿਆਰਿਓ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਮ ਕੇ ਤੀਰ। ਪਿਆਰਿਓ ਇੱਕ ਪਾਸੇ ਜਮਾ ਦੂਤਾਂ ਦੇ ਤੀਰ ਨੇ, ਤੇ ਮੈਂ ਬੇਨਤੀ ਕਰਾਂ ਜਿਨ੍ਹਾਂ ਨੂੰ ਜਮਾ ਦਾ ਤੀਰ ਲੱਗਦਾ ਆ, ਮੈਂ ਇਸ ਤਰ੍ਹਾਂ ਬੇਨਤੀ ਕਰਾਂ ਜਿਨ੍ਹਾਂ ਨੂੰ ਮੌਤ ਦਾ ਤੀਰ ਲੱਗ ਜਾਂਦਾ ਆ, ਉਹਨਾਂ ਦੀ ਢੇਰੀ ਜਿਹੜੀ ਇਹ ਸਰੀਰ ਰੂਪੀ ਢੇਰੀ ਹੈ ਸਵਾਹ ਹੋ ਜਾਂਦੀ ਹੈ। ਪਰ ਪਿਆਰਿਓ ਜਿਨ੍ਹਾਂ ਨੂੰ ਗੁਰੂ ਦੇ ਪ੍ਰੇਮ ਦਾ ਤੀਰ ਲੱਗਦਾ ਆ, ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਤੀਰ ਲੱਗਦਾ ਆ, ਜਿਨ੍ਹਾਂ ਨੂੰ ਅੰਦਰੋਂ ਸੱਚੇ ਇਸ਼ਕ ਪਰਮਾਤਮਾ ਦੇ ਪ੍ਰੇਮ ਦਾ ਤੀਰ ਲੱਗਦਾ ਆ, ਸੱਚੀ ਗੱਲ ਅੰਦਰੋਂ ਉਹਨਾਂ ਦਾ ਹਿਰਦਾ ਵਿੰਨਿਆ ਜਾਂਦਾ ਆ, ਉਹ ਇਹ ਆਪਣੀ ਰਸਨਾ ਤੇ ਚੀਜ਼ ਕਹਿੰਦੇ ਨੇ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਉਹ ਕਹਿੰਦੇ ਨੇ ਕਬੀਰ ਮੋਹਿ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦਵਾਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਪਿਆਰਿਓ ਇੱਕ ਪ੍ਰੇਮ ਦਾ ਤੀਰ ਹੈ, ਇੱਕ ਜਮ ਦਾ ਤੀਰ ਹੈ। ਮੈਂ ਬੇਨਤੀ ਕਰਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਨੂੰ ਗੁਰੂ ਨਾਨਕ ਦੇ ਪ੍ਰੇਮ ਦਾ ਤੀਰ ਵਿੰਨ ਜਾਂਦਾ ਹੈ ਨਾ, ਸੱਚੀ ਗੱਲ ਫਿਰ ਜਮਾ ਦਾ ਤੀਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ। ਪਰ ਸਿੱਖ ਤੇ ਨਿਰਭਰ ਹੁੰਦਾ ਹੈ ਕਿ ਸਿੱਖਾ ਤੂੰ ਆਪਣੀ ਜ਼ਿੰਦਗੀ ਨਿੰਦਿਆ ਚੁਗਲੀ ਈਰਖਾ ਦੁਬਦਾ ਦਵੈਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ ਗੋਤਿਆਂ ਖਾਂਦਿਆਂ ਗੁਜ਼ਾਰਨੀ ਹੈ। ਜੇ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰੇਗਾ, ਸੱਚੀ ਗੱਲ ਜਮਾ ਦਾ ਤੀਰ ਤੇਰੇ ਵਾਸਤੇ ਆ ਰਿਹਾ ਹੈ। ਤੇ ਜੇ ਤੂੰ ਚਾਹੁੰਦਾ ਆ ਕਿ ਮੇਰੀ ਪਰਮਾਤਮਾ ਨਾਲ ਬਣ ਜਾਏ, ਜੇ ਤੂੰ ਚਾਹੁੰਦਾ ਆ ਕਿ ਮੇਰੀ ਜ਼ਿੰਦਗੀ ਮੇਰੇ ਸਵਾਸ ਮੇਰਾ ਇੱਕ ਇੱਕ ਪ੍ਰਾਣ ਜਿਹੜਾ ਆ ਉਹ ਸੁੱਖ ਨਾਲ ਭਰਿਆ ਜਾਵੇ, ਉਹ ਪ੍ਰੇਮ ਨਾਲ ਭਰਿਆ ਜਾਵੇ, ਤੇ ਸੱਚੀ ਗੱਲ ਗੁਰੂ ਦੇ ਸਨਮੁਖ ਆਪਣਾ ਸੀਨਾ ਤਾਣ ਕੇ, ਗੁਰੂ ਦੇ ਸਨਮੁਖ ਤੂੰ ਆਪਣੇ ਹੱਥ ਜੋੜ ਕੇ ਖੜਾ ਹੋ ਜਾ। ਜਦੋਂ ਪੂਰੇ ਗੁਰੂ ਨੇ ਪ੍ਰੇਮ ਦਾ ਤੀਰ ਮਾਰਨਾ ਆ, ਸੱਚੀ ਗੱਲ ਹੈ ਪਿਆਰਿਓ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਕੇ ਰੱਖ ਦਿੰਦੇ ਆ। ਪ੍ਰੇਮ ਕੇ ਕਾਨ ਲੱਗੇ ਧਨ ਭੀਤਰ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਕਾਨ ਦੇ ਅਰਥ ਨੇ ਤੀਰ। ਅੱਜ ਦੇ ਸ਼ਬਦ ਦੇ ਅੰਦਰ ਮੇਰੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਪਿਆਰਿਓ ਵੈਦ ਕੇ ਜਾਣੇ ਕਾਰੀ ਜੀਓ, ਜਿਨ੍ਹਾਂ ਨੂੰ ਪ੍ਰੇਮ ਦਾ ਤੀਰ ਲੱਗ ਜਾਂਦਾ ਆ। ਦੁਨੀਆ ਦੇ ਲੋਕਾਂ ਨੂੰ ਸਮਝ ਨਹੀਂ ਲੱਗਦੀ, ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਤੀਰ ਲੱਗਦਾ ਆ, ਉਹਨਾਂ ਦੇ ਅੰਦਰ ਇਹੋ ਜਿਹਾ ਸਵਾਦ, ਉਹਨਾਂ ਦੇ ਅੰਦਰ ਇਹੋ ਜਿਹਾ ਰਸ, ਉਹਨਾਂ ਦੇ ਅੰਦਰ ਇਹੋ ਜਿਹਾ ਆਤਮਿਕ ਹੁਲਾਰਾ ਪੈਦਾ ਹੋ ਜਾਂਦਾ ਆ। ਪਿਆਰਿਓ ਬਾਬਾ ਬੰਦਾ ਸਿੰਘ ਜੀ ਬਹਾਦਰ, ਤਿਨਾਂ ਦੇ 5 ਸਾਲ ਦੇ ਬੇਟੇ ਦਾ ਕਲੇਜਾ ਵੀ ਕੱਢਿਆ ਹੈ ਮੁਗਲਾਂ ਨੇ, ਪਰ ਪਿਆਰਿਓ ਅੰਦਰ ਪ੍ਰੇਮ ਦੇ ਤੀਰ ਨੇ ਵਿੰਨਿਆ ਹੋਇਆ ਸੀ। ਪ੍ਰੇਮ ਦੇ ਤੀਰਾਂ ਨੇ ਤੱਤੇ ਜਿਹੜੇ ਜੰਬੂਰਾਂ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਮਹਿਸੂਸ ਹੋਏ ਜਿਵੇਂ ਪਿਆਰਿਓ ਆਪਣੇ ਪਿਆਰੇ ਦੀ ਗਲਵੱਕੜੀ ਹੁੰਦੀ ਹੈ। ਤੱਤੀਆਂ ਜੰਬੂਰਾਂ ਦਾ ਵੀ ਦੁੱਖ ਨਹੀਂ ਮਹਿਸੂਸ ਹੋ ਰਿਹਾ, ਕਿਉਂਕਿ ਅੰਦਰ ਪ੍ਰੇਮ ਦੇ ਤੀਰ ਨੇ ਵਿੰਨਿਆ ਹੋਇਆ ਕਲੇਜਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਦੁੱਖ ਨੂੰ ਕੇਵਲ ਦੁੱਖ ਹੀ ਕੱਢ ਸਕਦਾ ਹੈ। ਸ਼ਾਇਦ ਇਹ ਕੱਲ ਸਵੇਰ ਦੇ ਦੀਵਾਨ ਦੇ ਵਿੱਚ ਅੰਮ੍ਰਿਤ ਵੇਲੇ ਦੀ ਵਿਚਾਰ ਦੇ ਵਿੱਚ ਮੈਂ ਬੇਨਤੀ ਕੀਤੀ ਸੀ, ਪਿਆਰਿਓ ਮਨੁੱਖ ਚਾਹੁੰਦਾ ਆ ਕਿ ਮੇਰੀ ਜ਼ਿੰਦਗੀ ਦੇ ਦੁੱਖਾਂ ਨੂੰ ਮੈਂ ਸੁੱਖ ਵਿੱਚ ਤਬਦੀਲ ਕਰਾਂ, ਪਰ ਪਿਆਰਿਓ ਮੈਂ ਬੇਨਤੀ ਕਰਾਂ ਤੇਰੀ ਜ਼ਿੰਦਗੀ ਦੇ ਦੁੱਖ ਸੁੱਖਾਂ ਵਿੱਚ ਇਤਨੀ ਛੇਤੀ ਤਬਦੀਲ ਨਹੀਂ ਹੋ ਸਕਦੇ ਜੇ ਤੇਰੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਭੁੱਖ ਜਾਗੇਗੀ। ਸੱਚੀ ਗੱਲ ਪਰਮੇਸ਼ਰ ਦੀ ਮਿਲਣ ਦੀ ਭੁੱਖ ਜਿਹੜੀ ਆ ਉਹ ਸਾਰੇ ਦੁੱਖ ਬੰਦੇ ਨੂੰ ਭੁਲਾ ਦਿੰਦੀ ਹੈ। ਮੈਨੂੰ ਯਾਦ ਨਹੀਂ, ਸ਼ਾਇਦ ਮੈਂ ਪਹਿਲਾਂ ਇਹ ਪ੍ਰਮਾਣ ਤੁਹਾਨੂੰ ਦੇ ਚੁੱਕਾ ਆ। ਪਿਆਰਿਓ ਦੁੱਖਾਂ ਨੂੰ ਜਿਹੜੇ ਸੁੱਖ ਨਹੀਂ ਭੁਲਾ ਸਕਦੇ। ਪਿਆਰਿਓ ਕਈ ਵਾਰੀ ਸੁੱਖ ਦੇ ਸਮੇਂ ਵਿੱਚ ਵੀ ਬੰਦਾ ਬੈਠਾ ਹੋਇਆ ਆਪਣੇ ਦੁੱਖ ਉਹਨੂੰ ਯਾਦ ਆ ਜਾਂਦੇ ਆ। ਸੁੱਖ ਦੇ ਸਮੇਂ ਵੀ ਜਿਨ੍ਹਾਂ ਤੋਂ ਵਿਛੜੇ ਆ ਕਈ ਵਾਰੀ ਉਹਨਾਂ ਦੀ ਯਾਦ ਆ ਜਾਂਦੀ ਆ। ਪਿਆਰਿਓ ਦੁੱਖ ਨੂੰ ਸੁੱਖ ਨਹੀਂ ਕੱਟਦੇ, ਦੁੱਖ ਨੂੰ ਪਰਮੇਸ਼ਰ ਦੇ ਨਾਮ ਦੀ ਭੁੱਖ ਜਿਹੜੀ ਆ ਕੱਟ ਕੇ ਰੱਖ ਦੇਗੀ। ਗੁਰੂ ਅਰਜਨ ਦੇਵ ਜੀ ਸੁਖਮਨੀ 'ਚ ਕਹਿੰਦੇ ਨੇ ਕਿ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗੈ ਦੁੱਖ। ਇੱਕ ਪਾਸੇ ਦੁੱਖ, ਇੱਕ ਪਾਸੇ ਭੁੱਖ। ਪਰਮੇਸ਼ਰ ਦੀ ਭੁੱਖ ਜਿਹੜੀ ਆ ਬੰਦੇ ਦੇ ਦੁੱਖਾਂ ਨੂੰ ਗਵਾ ਸਕਦੀ ਹੈ, ਵਰਨਾ ਪਿਆਰਿਓ ਦੁਨੀਆ ਦੇ ਸੁੱਖ ਇਸ ਬੰਦੇ ਨੂੰ ਕਦੇ ਸੁਖੀ ਨਹੀਂ ਰੱਖ ਸਕਦੇ। ਦੁਨੀਆ ਦਾ ਸੁੱਖ ਬਹੁਤ ਥੋੜੇ ਸਮੇਂ ਵਾਸਤੇ ਵਧੀਆ ਲੱਗਦਾ, ਤੇ ਮੈਂ ਬੇਨਤੀ ਕਰਾਂ ਦੁਨੀਆ ਦੇ ਸੁੱਖਾਂ ਤੋਂ ਗੁਰਮਤਿ ਨੇ ਇਨਕਾਰ ਨਹੀਂ ਕੀਤਾ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਪਿਆਰਿਆ ਤੇਰਾ ਘਰ ਭਾਵੇਂ ਹੀਰਿਆਂ ਨਾਲ ਵੀ ਬਣਿਆ ਜਾਵੇ, ਮੋਤੀਆਂ ਨਾਲ ਵੀ ਬਣਿਆ ਜਾਵੇ, ਪਰ ਜੇ ਤੇਰੇ ਅੰਦਰ ਪਰਮੇਸ਼ਰ ਦੀ ਯਾਦ ਨਹੀਂ,
ਹੀਰਿਆਂ ਨਾਲ ਜੜਿਆ ਹੋਇਆ ਘਰ ਵੀ ਤੈਨੂੰ ਨਰਕ ਦੇ ਬਰਾਬਰ ਲੱਗੇਗਾ। ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤੂੰ ਆਪਣਾ ਘਰ ਚਾਹੇ ਸਵਰਗਾਂ ਜਿੰਨਾ ਸੋਹਣਾ ਬਣਾ ਲੈ, ਭਾਵੇਂ ਸਾਰੀ ਦੁਨੀਆ ਨੂੰ ਜਿੱਤ ਲੈ। ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ। ਬਿਸਰੰਤ ਹਰਿ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਿਆਰਿਆ, ਜੇ ਤੂੰ ਭਾਵੇਂ ਸਵਰਗਾਂ ਵਾਲਾ ਘਰ ਬਣਾ ਲੈ, ਸਵਰਗਾਂ ਵਰਗਾ, ਹਾਲਾਂਕਿ ਕੋਈ ਬਣਾ ਨਹੀਂ ਸਕਦਾ, ਪਰ ਜੇ ਬਣ ਵੀ ਜਾਵੇ, ਗੁਰੂ ਸਾਹਿਬ ਕਹਿੰਦੇ ਤੂੰ ਸਾਰੀ ਦੁਨੀਆ ਨੂੰ ਜਿੱਤ ਲੈ, ਜੇ ਤੂੰ ਆਪਣੇ ਅੰਦਰ ਨੂੰ ਨਹੀਂ ਜਿੱਤਿਆ ਨਾ ਤੇ ਤੈਨੂੰ ਟਿਕਾ ਸਵਰਗਾਂ ਵਰਗੇ ਸੋਹਣੇ ਘਰ ਵਿੱਚ ਵੀ ਨਹੀਂ ਮਿਲ ਸਕਦਾ। ਮੋਤੀ ਤਾਂ ਮੰਦਰ ਊਸਰੈ ਰਤਨੀ ਤਾਂ ਹੋਏ ਜੁੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨਾ ਆਵੈ ਨਾਉ। ਪਿਆਰਿਓ, ਜਿਹੜੇ ਮਹਿਲ ਵੀ ਖੜੇ ਹੋਣ ਨਾ, ਸੱਚੀ ਗੱਲ ਹੈ, ਅੰਦਰ ਬੰਦੇ ਦਾ ਜਿਹੜਾ ਦਿਲ ਆ ਉਹ ਟਿਕਿਆ ਨਾ ਹੋਵੇ ਤੇ ਮਹਿਲ ਜਿਹੜੇ ਆ ਉਹ ਵੀ ਨਰਕਾਂ ਵਾਂਗ ਮਹਿਸੂਸ ਹੁੰਦੇ ਆ। ਖੈਰ, ਮੈਂ ਬੇਨਤੀ ਕਰਾਂ ਪਿਆਰਿਓ, ਇੱਕ ਪਾਸੇ ਗੁਰੂ ਕਾ ਤੀਰ ਹੈ, ਇੱਕ ਪਾਸੇ ਜਮਾਂ ਕਾ ਤੀਰ ਹੈ, ਇੱਕ ਪਾਸੇ ਗੁਰੂ ਨਾਨਕ ਦੇ ਸ਼ਬਦ ਦਾ ਤੀਰ ਹੈ, ਗੁਰੂ ਨਾਨਕ ਦੇ ਪ੍ਰੇਮ ਦਾ ਤੀਰ ਹੈ। ਇੱਕ ਪਾਸੇ ਪਿਆਰਿਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਆਪਣੇ ਸ਼ਸਤਰ ਕੱਢੀ ਬੈਠੇ। ਇੱਕ ਪਾਸੇ ਗੁਰੂ ਕਾ ਸ਼ਸਤਰ, ਇੱਕ ਪਾਸੇ ਮੌਤ ਦਾ, ਇੱਕ ਪਾਸੇ ਕਾਲ ਦਾ, ਇੱਕ ਪਾਸੇ ਕਾਮ ਦਾ, ਇੱਕ ਪਾਸੇ ਕ੍ਰੋਧ ਦਾ, ਇੱਕ ਪਾਸੇ ਲੋਭ ਦਾ। ਤੇ ਮੈਂ ਬੇਨਤੀ ਕਰਾਂ ਪਿਆਰਿਓ, ਸਾਡੇ ਵਿੱਚੋਂ ਬਹੁਤਾਜ ਦੀ ਗਿਣਤੀ, ਮੈਂ ਆਪਣੇ ਆਪ ਨੂੰ ਵਿੱਚ ਸ਼ਾਮਲ ਕਰਕੇ ਕਹਿੰਦਾ ਹਾਂ, ਬਹੁਤਾਜ ਗਿਣਤੀ ਉਹਨਾਂ ਦੀ ਹੋਵੇਗੀ ਜਿਨ੍ਹਾਂ ਨੂੰ ਕਾਮ ਦੇ ਤੀਰ ਨੇ ਵਿੰਨਿਆ ਆ, ਜਿਨ੍ਹਾਂ ਨੂੰ ਕ੍ਰੋਧ ਦੇ ਤੀਰ ਨੇ ਵਿੰਨਿਆ ਆ, ਜਿਨ੍ਹਾਂ ਨੂੰ ਲੋਭ ਮੋਹ ਹੰਕਾਰ ਈਰਖਾ ਚੁਗਲੀ ਤੇ ਨਿੰਦਿਆ ਤੇ ਦੁਬਦਾ ਦਵੈਸ਼ ਦੇ ਤੀਰਾਂ ਨੂੰ ਵਿੰਨਿਆ ਆ। ਪਰ ਪਿਆਰਿਓ, ਕੋਈ ਕਰੋੜਾਂ ਚੋਂ ਇੱਕ ਹੈ ਜਿਹਨੂੰ ਗੁਰੂ ਨਾਨਕ ਦੇ ਪ੍ਰੇਮ ਦੇ ਤੀਰ ਨੇ ਵਿੰਨਿਆ। ਪਰ ਪਿਆਰਿਓ, ਜਿਨ੍ਹਾਂ ਨੂੰ ਗੁਰੂ ਨਾਨਕ ਦੇ ਪ੍ਰੇਮ ਦੇ ਤੀਰ ਨੇ ਵਿੰਨਿਆ ਨਾ, ਉਹਨਾਂ ਦਾ ਜੀਵਨ ਹੀ ਅੱਡ ਹੋ ਜਾਂਦਾ ਹੈ ਸੰਸਾਰੀਆਂ ਨਾਲ। ਸਾਡੇ ਨਾਲੋਂ ਉਹਨਾਂ ਦੀ ਚਾਲ ਨਿਰਾਲੀ ਹੁੰਦੀ ਹੈ, ਸਾਡੇ ਨਾਲੋਂ ਉਹਨਾਂ ਦੇ ਅੱਖਾਂ ਦੇ ਵਿੱਚ ਚਮਕ ਜਿਹੜੀ ਵੱਖਰੀ ਹੁੰਦੀ ਆ, ਸਾਡੇ ਨਾਲੋਂ ਉਹਨਾਂ ਦੇ ਚਿਹਰਿਆਂ ਤੋਂ ਨੂਰ ਜਿਹੜਾ ਵੱਖਰਾ ਹੁੰਦਾ। ਪਿਆਰਿਓ, ਮੈਂ ਬੇਨਤੀ ਕਰਾਂ, ਕਬੀਰ ਸਾਹਿਬ ਜੀ ਦੇ ਸ਼ਬਦ ਤੇ ਉਹਨਾਂ ਦੇ ਸ਼ਲੋਕਾਂ ਵਿੱਚੋਂ ਮੈਂ ਬੇਨਤੀ ਕਰਾਂਗਾ ਰੱਬ ਦੇ ਤੀਰ, ਪ੍ਰੇਮ ਦੇ ਤੀਰ ਬਾਰੇ। ਪਹਿਲੀ ਗੱਲ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿਨਾਂ ਦੇ ਸ਼ਬਦ ਦੀ ਵਿਆਖਿਆ, ਕਿਉਂਕਿ ਪ੍ਰੇਮ ਕੇ ਕਾਨ ਲੱਗੇ ਤਨ ਭੀਤਰ। ਪ੍ਰੇਮ ਦੇ ਤੀਰ ਜਦੋਂ ਲੱਗਦੇ ਆ ਨਾ, ਤੇ ਕਿਸ ਤਰ੍ਹਾਂ ਲੱਗਦੇ ਆ ਤੇ ਉਹਨਾਂ ਦੇ ਵਿੱਚੋਂ ਮਹਿਸੂਸ ਕੀ ਹੁੰਦਾ ਹੈ। ਪਹਿਲੀ ਗੱਲ ਪਿਆਰਿਓ, ਜਿਨ੍ਹਾਂ ਨੂੰ ਗੁਰੂ ਨਾਨਕ ਦੇ ਪ੍ਰੇਮ ਦਾ ਤੀਰ ਲੱਗਾ ਨਾ, ਕਹਿਣ ਨੂੰ ਅਸੀਂ ਸਾਰੇ ਕਹਿੰਦੇ ਅਸੀਂ ਪ੍ਰੇਮ ਕਰਦੇ ਹਾਂ, ਪਰ ਜਿਹਨੂੰ ਪ੍ਰੇਮ ਦਾ ਤੀਰ ਲੱਗਾ ਨਾ, ਸੱਚੀ ਗੱਲ ਉਹਦੀ ਰਸਨਾ ਉੱਤੇ ਕਦੇ ਨਿੰਦਿਆ ਜਿਹੜੀ ਨਹੀਂ ਬਹਿੰਦੀ। ਜਿਹਨੂੰ ਪ੍ਰੇਮ ਦਾ ਤੀਰ ਲੱਗ ਗਿਆ, ਉਹਦੇ ਅੱਖਾਂ ਦੇ ਵਿੱਚ ਕਾਮ ਦਾ ਜਿਹੜਾ ਤੀਰ ਆ, ਕਦੇ ਨਹੀਂ ਉਹਦੇ ਅੱਖਾਂ ਨੂੰ ਵਹਿੰਦਾ। ਜਿਹਨੂੰ ਪ੍ਰੇਮ ਦਾ ਤੀਰ ਲੱਗ ਗਿਆ, ਉਹਦੀ ਰਸਨਾ ਨੂੰ ਨਿੰਦਿਆ ਦਾ ਤੀਰ ਨਹੀਂ ਵਿੰਨ ਸਕਦਾ। ਜਿਹਨੂੰ ਪ੍ਰੇਮ ਦਾ ਤੀਰ ਲੱਗ ਗਿਆ, ਉਹਦਾ ਸਿਰ ਕਿਸੇ ਹੋਰ ਅੱਗੇ ਨਹੀਂ ਝੁਕ ਸਕਦਾ। ਜਿਹਨੂੰ ਪ੍ਰੇਮ ਦਾ ਤੀਰ ਲੱਗ ਗਿਆ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਗੂੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ, ਪਾਵ ਹੋਤੀ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਪ੍ਰੇਮ ਕੇ ਕਾਨ ਲੱਗੇ ਤਨ ਭੀਤਰ। ਬਾਣੀ ਦੀ ਵਿਆਖਿਆ ਬਾਣੀ ਵਿੱਚੋਂ ਹੀ ਹੁੰਦੀ ਹੈ ਪਿਆਰਿਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਵੈਦ ਕੇ ਜਾਣੇ ਕਾਰੀ ਜੀਓ। ਵੈਦਾਂ ਨੂੰ ਕੀ ਪਤਾ ਜਿਹੜਾ ਉਹ ਤੀਰ ਹੈ ਪਿਆਰਿਓ, ਦੁਨੀਆ ਦੇ ਤੀਰ ਬੰਦੇ ਨੂੰ ਲੱਗ ਜਾਂਦੇ ਆ ਤੇ ਬੰਦੇ ਦੀ ਮੌਤ ਦਾ ਕਾਰਨ ਬਣਦੇ ਆ। ਪ੍ਰੇਮ ਦਾ ਤੀਰ ਜਿਹਨੂੰ ਲੱਗਦਾ, ਇਹਨੂੰ ਸਦਾ ਵਾਸਤੇ ਜ਼ਿੰਦਗੀ ਦੇ ਦਿੰਦਾ ਹੈ। ਪ੍ਰੇਮ ਕੇ ਕਾਨ ਲੱਗੇ ਤਨ ਭੀਤਰ, ਕਬੀਰ ਗੂੰਗਾ ਹੁਆ ਬਾਬਰਾ। ਕਬੀਰ ਸਾਹਿਬ ਜੀ ਕਹਿੰਦੇ ਪਿਆਰਿਓ, ਮੈਂ ਮੁਖ ਚੋਂ ਗੂੰਗਾ ਹੋ ਗਿਆ, ਮੇਰੇ ਕੰਨਾਂ ਚੋਂ ਸੁਣਨ ਦੀ ਸ਼ਕਤੀ ਚਲੇ ਗਈ। ਬਹਿਰਾ ਹੁਆ ਕਾਨ, ਨਾ ਮੈਂ ਸੋਚ ਸਕਦਾ ਹਾਂ। ਬਾਬਰੇ ਦੇ ਅਰਥ ਸੋਚ ਨਹੀਂ ਸਕਦਾ। ਮੇਰਾ ਮਨ ਮੇਰੇ ਕੋਲ ਨਹੀਂ ਰਿਹਾ। ਮੇਰਾ ਮਨ ਜਿਹਨੂੰ ਮੈਂ ਆਪਣਾ ਸਮਝਦਾ ਸੀ, ਉਹਦਾ ਵੀ ਮੈਂ ਦਾਵਾ ਛੱਡ ਦਿੱਤਾ। ਮੇਰੀਆਂ ਅੱਖਾਂ ਜਿਨ੍ਹਾਂ ਨੂੰ ਮੈਂ ਆਪਣੀਆਂ ਸਮਝਦਾ ਸੀ, ਉਹਨਾਂ ਦਾ ਵੀ ਮੈਂ ਦਾਵਾ ਛੱਡ ਦਿੱਤਾ। ਮੇਰੀ ਰਸਨਾ ਜਿਹਨੂੰ ਮੈਂ ਆਪਣੀ ਸਮਝਦਾ ਸਾਂ, ਉਹਦਾ ਵੀ ਦਾਵਾ ਛੱਡ ਦਿੱਤਾ। ਮੇਰੇ ਕੰਨ ਜਿਨ੍ਹਾਂ ਨੂੰ ਮੈਂ ਆਪਣੇ ਸਮਝਦਾ ਸਾਂ, ਉਹਨਾਂ ਦਾ ਵੀ ਦਾਵਾ ਛੱਡ ਦਿੱਤਾ। ਪਾਵ ਹੋਤੀ ਪਿੰਗਲ ਪਿਆ। ਕਬੀਰ ਸਾਹਿਬ ਜੀ ਕਹਿੰਦੇ ਪਿਆਰਿਓ,
ਸੱਚੀ ਗੱਲ ਕਿ ਮੇਰੀਆਂ ਇਹ ਜਿਹੜੀਆਂ ਦੋ ਲੱਤਾਂ ਦਿਸਦੀਆਂ ਨੇ ਇਹਨਾਂ ਦਾ ਵੀ ਮੈਂ ਦਾਵਾ ਛੱਡ ਦਿੱਤਾ। ਮਾਰਿਆ ਸਤਿਗੁਰ ਬਾਣ। ਪਿਆਰਿਓ, ਗੁਰੂ ਦਾ ਜਦੋਂ ਤੀਰ ਆਣ ਕੇ ਵੱਜਦਾ ਆ, ਸੱਚੀ ਗੱਲ ਬੰਦੇ ਦਾ ਮਨ ਆਪਣਾ ਨਹੀਂ ਰਹਿ ਜਾਂਦਾ, ਬੰਦੇ ਦਾ ਮਨ ਸਦਾ ਵਾਸਤੇ ਗੁਰੂ ਦੇ ਕੋਲ ਆ ਜਾਂਦਾ ਆ। ਬੰਦੇ ਦੀ ਰਸਨਾ ਜਿਹੜੀ ਆ ਉਹ ਆਪਣੀ ਨਹੀਂ ਰਹਿ ਜਾਂਦੀ, ਉਹ ਗੁਰੂ ਦੇ ਕੋਲ ਆ ਜਾਂਦੀ ਆ। ਬੰਦੇ ਦੇ ਕੰਨ ਜਿਹੜੇ ਆ ਉਹਨਾਂ ਦੀ ਮਲਕੀਅਤ ਬੰਦੇ ਕੋਲ ਨਹੀਂ ਰਹਿੰਦੀ, ਉਹ ਗੁਰੂ ਦੇ ਕੋਲ ਆ ਜਾਂਦੀ ਆ। ਬੰਦੇ ਦਾ ਮਨ, ਬੰਦੇ ਦੀ ਜ਼ੁਬਾਨ, ਬੰਦੇ ਦੀਆਂ ਅੱਖਾਂ, ਬੰਦੇ ਦੇ ਕੰਨ, ਹੱਥ ਪੈਰ ਸਭ ਕੁਝ ਗੁਰੂ ਦੇ ਹਵਾਲੇ ਹੋ ਜਾਂਦਾ ਆ। ਇੱਕ ਵਾਰੀ ਗੁਰੂ ਦਾ ਤੀਰ ਲੱਗ ਜਾਏ ਬਸ। ਗੁਰੂ ਦੇ ਤੀਰ ਵਿੱਚ ਇਹੋ ਜਿਹੀ ਸ਼ਕਤੀ ਹੈ ਪਿਆਰਿਓ। ਗੁਰੂ ਦਾ ਤੀਰ ਜਦੋਂ ਕਲੇਜੇ ਨੂੰ ਵਿੰਨ੍ਹਦਾ ਆ ਤੇ ਸੱਚੀ ਗੱਲ ਹੈ ਬੰਦਾ ਗੁਰੂ ਦੇ ਚਰਨਾਂ ਉੱਤੇ ਢੇਰੀ ਹੋ ਜਾਂਦਾ ਹੈ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਕਬੀਰ ਸਾਹਿਬ ਜੀ ਕਹਿੰਦੇ ਪਿਆਰਿਓ, ਸਤਿਗੁਰੂ ਸੂਰਮੇ ਨੇ ਖਿੱਚ ਕੇ ਇਹੋ ਜਿਹਾ ਤੀਰ ਮਾਰਿਆ, ਇੱਕ ਤੀਰ ਲੱਗਣ ਦੀ ਦੇਰ ਸੀ। ਕਬੀਰ ਸਾਹਿਬ ਜੀ ਕਹਿੰਦੇ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਸ਼ੇਖ। ਕਬੀਰ ਸਾਹਿਬ ਜੀ ਕਹਿੰਦੇ ਇੱਕ ਤੀਰ ਦੇ ਨਾਲ ਮੈਂ ਆਪਣੇ ਗੁਰੂ ਦੇ ਚਰਨਾਂ ਤੇ ਢੇਰੀ ਹੋ ਗਿਆ। ਇੱਕ ਤੀਰ ਦੇ ਅੰਦਰ ਇਹੋ ਜਿਹੀ ਸ਼ਕਤੀ ਹੈ। ਪ੍ਰੇਮ ਕੇ ਕਾਨ ਲਗੇ ਤਨ ਭੀਤਰ, ਵੈਦ ਕੇ ਜਾਣੈ ਕਾਰੀ ਜੀਵ। ਸਿੱਖਾ, ਜੇ ਤੂੰ ਚਾਹੁੰਦਾ ਆ ਕਿ ਮੇਰੀ ਰਸਨਾ ਤੋਂ ਪਰਾਈ ਨਿੰਦਿਆ ਉੱਠ ਜਾਏ, ਜੇ ਤੂੰ ਚਾਹੁੰਦਾ ਆ ਮੇਰੀਆਂ ਅੱਖਾਂ ਦੇ ਵਿੱਚ ਪਰਾਇਆ ਰੂਪ, ਪਰਾਏ ਧਨ ਦਾ ਲਾਲਚ ਨਾ ਆਵੇ, ਜੇ ਤੂੰ ਚਾਹੁੰਦਾ ਆ ਕਿ ਮੇਰੇ ਕੰਨਾਂ ਵਿੱਚ ਪਰਾਈ ਨਿੰਦਿਆ ਸੁਣ ਕੇ ਰਸ ਨਾ ਆਵੇ, ਸਗੋਂ ਪਰਾਈ ਨਿੰਦਿਆ ਸੁਣ ਕੇ ਅੰਦਰੋਂ ਜਜ਼ਬਾਤ ਉੱਠੇ ਕਿ ਇਸ ਨਿੰਦਿਆ ਨੂੰ ਰੋਕਿਆ ਜਾਏ, ਜੇ ਤੂੰ ਇਹ ਚਾਹੁੰਦਾ ਹੈ ਨਾ, ਸੱਚੀ ਗੱਲ ਹੈ ਆਪਣੇ ਗੁਰੂ ਦੇ ਸਨਮੁਖ ਹੋ ਕੇ ਇੱਕ ਵਾਰੀ ਗੁਰੂ ਦੇ ਅੱਗੇ ਅਰਦਾਸ ਕਰ, ਸੱਚੇ ਪਾਤਸ਼ਾਹ ਮੈਨੂੰ ਆਪਣੇ ਨਾਮ ਦੇ ਤੀਰ ਨਾਲ, ਆਪਣੇ ਬਾਣੀ ਦੇ ਤੀਰ ਨਾਲ ਵਿੰਨ੍ਹ ਦੇ। ਬਹੁਤ ਜਨਮ ਹੋ ਗਏ ਨੇ ਇਹਨਾਂ ਸਰੀਰਾਂ ਉੱਤੇ ਕਬਜ਼ਾ ਕਰੀ ਬੈਠੇ। ਰਸਨਾ ਜਦੋਂ ਮੇਰੇ ਕੋਲ ਸੀ ਤੇ ਮੈਂ ਇਸ ਰਸਨਾ ਨੂੰ ਕੇਵਲ ਨਿੰਦਿਆ ਵਾਸਤੇ, ਚੁਗਲੀ ਵਾਸਤੇ, ਈਰਖਾ ਵਾਸਤੇ ਵਰਤਿਆ। ਜਦੋਂ ਤੱਕ ਅੱਖਾਂ ਦੇ ਉੱਤੇ ਕਬਜ਼ਾ ਮੇਰਾ ਸੀ ਉਦੋਂ ਤੱਕ ਇਹਨਾਂ ਅੱਖਾਂ ਦੇ ਨਾਲ ਪਰਾਇਆ ਰੂਪ ਤੇ ਪਰਾਇਆ ਧਨ ਤੱਕਿਆ। ਜਦੋਂ ਤੱਕ ਇਹਨਾਂ ਕੰਨਾਂ ਉੱਤੇ ਕਬਜ਼ਾ ਮੇਰਾ ਸੀ ਤੇ ਇਹਨਾਂ ਕੰਨਾਂ ਦੇ ਨਾਲ ਆਪਣੀ ਉਸਤਤ ਤੇ ਪਰਾਏ ਦੀ ਨਿੰਦਿਆ ਨੂੰ ਸੁਣਿਆ। ਜਦੋਂ ਤੱਕ ਇਹਨਾਂ ਹੱਥਾਂ ਦਾ ਕਬਜ਼ਾ ਮੇਰੇ ਕੋਲ ਸੀ, ਇਹਨਾਂ ਹੱਥਾਂ ਦੇ ਨਾਲ ਕੋਈ ਚੰਗਾ ਕੰਮ ਨਹੀਂ ਕੀਤਾ। ਜਦੋਂ ਤੱਕ ਇਹਨਾਂ ਪੈਰਾਂ ਦਾ ਕਬਜ਼ਾ ਮੇਰੇ ਕੋਲ ਸੀ ਉਦੋਂ ਤੱਕ ਮੈਂ ਚੱਲ ਕੇ ਕਦੇ ਤੇਰੇ ਕੋਲ ਨਹੀਂ ਆਇਆ। ਸੱਚੇ ਪਾਤਸ਼ਾਹ, ਸਾਰੀਆਂ ਚੀਜ਼ਾਂ ਦਾ ਦਾਵਾ ਛੱਡ ਕੇ ਮੈਂ ਅੱਜ ਤੇਰੇ ਸਾਹਮਣੇ ਆਇਆ। ਕਿਰਪਾ ਕਰ ਮੈਨੂੰ ਆਪਣੇ ਪ੍ਰੇਮ ਦੇ ਤੀਰ ਨਾਲ ਵਿੰਨ੍ਹ ਕੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਕੋਲ ਲੈ ਲਾ। ਸੱਚੀ ਗੱਲ, ਪ੍ਰੇਮ ਦੇ ਤੀਰ ਵਿੱਚ ਇਹੋ ਜਿਹੀ ਸ਼ਕਤੀ ਗੁਰੂ ਦੇ ਤੀਰ ਦੇ ਅੰਦਰ ਹੈ। ਮੈਂ ਫਿਰ ਇਹ ਪ੍ਰਮਾਣ ਜਿਹੜੇ ਕਬੀਰ ਸਾਹਿਬ ਜੀ ਦੇ ਆਪ ਜੀ ਨੂੰ ਸਾਂਝਿਆਂ ਕਰਕੇ ਤੇ ਫਿਰ ਅਗਾਂਹ ਚੱਲਾਂਗੇ। ਕਬੀਰ ਗੂੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ, ਪਾਵੋ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਸ਼ੇਖ। ਧੰਨ ਗੁਰੂ ਰਾਮਦਾਸ ਮਹਾਰਾਜ ਰੋਜ਼ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਪਿਆਰਿਆ, ਜਦੋਂ ਤੇਰੇ ਅੰਦਰ ਗੁਰੂ ਦੇ ਪ੍ਰੇਮ ਦਾ ਤੀਰ ਵੱਜ ਜਾਏਗਾ ਨਾ, ਤੇ ਗੁਰੂ ਦੇ ਪ੍ਰੇਮ ਦਾ ਤੀਰ ਇੱਕ ਵਾਰੀ ਜਿੱਥੇ ਲੱਗ ਜਾਏ ਪਿਆਰਿਓ ਆਰ ਪਾਰ ਹੋ ਜਾਂਦਾ ਆ, ਪਰ ਕੱਢਿਆ ਨਹੀਂ ਜਾ ਸਕਦਾ ਫਿਰ ਦਿਲ ਵਿੱਚੋਂ। ਇਹਨੂੰ ਕਹਿੰਦੇ ਨੇ ਪ੍ਰੇਮ। ਪ੍ਰੇਮ ਦੇ ਅਰਥ ਇਹ ਨਹੀਂ ਕਿ ਬੰਦਾ ਇੱਕ ਦੋ ਦਿਨਾਂ ਵਾਸਤੇ ਇਹ ਕੋਈ ਥੋੜ੍ਹਾ ਜਿਹਾ ਹੁਲਾਰਾ ਮਾਣੇ ਤੇ ਫਿਰ ਉਸੇ ਤਰ੍ਹਾਂ ਦਾ ਹੋ ਜਾਏ। ਨਹੀਂ ਪਿਆਰਿਓ, ਉਹਨੂੰ ਅਸੀਂ ਇੱਕ ਜਨੂਨ ਕਹਿ ਸਕਦੇ ਹਾਂ, ਪਰ ਉਹਨੂੰ ਪ੍ਰੇਮ ਦਾ ਨਾਂ ਨਹੀਂ ਦੇ ਸਕਦੇ। ਬਾਬਾ ਅਤਰ ਸਿੰਘ ਜੀ ਮਸਤਵਾਨ ਵਾਲੇ ਉਹ ਮਹਾਂਪੁਰਖ ਅਰਥ ਕਰਦੇ ਸੀ, ਕਹਿੰਦੇ ਪ੍ਰੇਮ ਇਹੋ ਜਿਹੀ ਅਵਸਥਾ ਆ, ਉਹਦਾ ਸੰਧੀ ਛੇਦ ਕਰਕੇ ਨਾ ਕਹਿੰਦੇ ਸੀ ਪ੍ਰੇਮ ਉਹ ਅਵਸਥਾ ਆ, ਕਹਿੰਦੇ ਇੱਕ ਪਾਸੇ ਪਰੇ ਕਰ ਦਿਓ ਤੇ ਦੂਜੇ ਪਾਸੇ ਮੈਂ। ਪ੍ਰੇਮ ਉਹ ਅਵਸਥਾ ਹੈ ਜਿੱਥੇ ਬੰਦਾ ਮੈਂ ਤੋਂ ਪਰੇ ਹੋ ਜਾਂਦਾ ਹੈ, ਉਹ ਕਹਿੰਦੇ ਨੇ ਪ੍ਰੇਮ। ਇਹੋ ਜਿਹਾ ਤੀਰ ਹੈ ਪ੍ਰੇਮ ਦਾ ਪਿਆਰਿਓ। ਜਿਨ੍ਹਾਂ ਨੂੰ ਪ੍ਰੇਮ ਦਾ ਤੀਰ ਲੱਗਦਾ ਫਿਰ ਉਹ ਆਪਣੇ ਬਾਰੇ ਨਹੀਂ ਸੋਚਦੇ, ਕਿਉਂਕਿ ਸਭ ਕੁਝ ਛੱਡ ਦਿੱਤਾ। ਗੂੰਗੇ ਹੋ ਗਏ, ਬਹਿਰੇ ਹੋ ਗਏ, ਬਾਵਰੇ ਹੋ ਗਏ,
ਪਿੰਗਲ ਹੋ ਗਏ ਲੱਤਾਂ ਤੋਂ, ਕੁਝ ਆਪਣੇ ਕੋਲ ਨਹੀਂ ਰਿਹਾ, ਸਭ ਕੁਝ ਗੁਰੂ ਨੂੰ ਦੇ ਦਿੱਤਾ। ਪਿਆਰਿਓ, ਪ੍ਰੇਮ ਦਾ ਤੀਰ ਲੱਗਦਾ ਤੇ ਬੰਦਾ ਆਪਣੇ ਆਪ ਨੂੰ ਭੁਲਾ ਕੇ ਤੇ ਕੇਵਲ ਪਰਮਾਤਮਾ ਨੂੰ ਅੰਦਰ ਵਸਾ ਲੈਂਦਾ। ਇਹ ਹੈ ਪ੍ਰੇਮ ਦੇ ਤੀਰ ਦੀ ਸ਼ਕਤੀ। ਤੇ ਮੈਂ ਬੇਨਤੀ ਕਰਾਂ ਪਿਆਰਿਓ, ਅੱਜ ਵੀ ਮੇਰੇ ਗੁਰੂ ਦੇ ਹੱਥ ਦੇ ਵਿੱਚ ਉਹੀ ਤੀਰ ਕਮਾਨ ਸੋਭਦੀ ਹੈ, ਜਿਹੜੀ ਕਦੇ 1699 ਦੀ ਵਿਸਾਖੀ ਤੇ ਗੁਰੂ ਸਾਹਿਬ ਜੀ ਦੇ ਮੋਢਿਆਂ ਤੇ ਸੋਭਦੀ ਸੀ, ਜਿਹੜੀ 1708 ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਮੋਢਿਆਂ ਤੇ ਸੋਭਦੀ ਸੀ, ਜਿਹੜੀ ਕਦੇ ਗੁਰੂ ਹਰ ਰਾਏ, ਗੁਰੂ ਤੇਗ ਬਹਾਦਰ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਮੋਢਿਆਂ ਤੇ ਸੋਭਦੀ ਸੀ। ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਪ੍ਰੇਮ ਦਾ ਤੀਰ ਆ। ਸਿੱਖਾ, ਤੂੰ ਭਾਵਨਾ ਨਾਲ ਬੇਨਤੀ ਕਰ, ਮਹਾਰਾਜ ਮੂਲਾ ਭੁੱਲ ਗਿਆ ਤੈਨੂੰ ਪਾਤਸ਼ਾਹ। ਮੂਲੇ ਨੇ ਕਹਿ ਦਿੱਤਾ ਕਿ ਮੈਂ ਹੈ ਨਹੀਂ, ਕਿਹਾ ਸੀ ਨਾ ਮੂਲੇ ਨੇ, ਪਹਿਲਾਂ ਮੂਲੇ ਨੇ ਕਹਿ ਦਿੱਤਾ ਕਿ ਮਰਨਾ ਸੱਚ ਤੇ ਜਿਉਣਾ ਝੂਠ। ਆਪ ਜੀ ਜਾਣਦੇ ਹੋ ਸਾਖੀ ਵੱਲ ਮੈਂ ਜ਼ਿਆਦੀ ਵਿਸਥਾਰ ਨਾਲ ਨਾ ਜਾਵਾਂ, ਪਰ ਪ੍ਰੇਮ ਦਾ ਤੀਰ ਇਹੋ ਜਿਹਾ ਗੁਰੂ ਕੇ ਪਿਆਰਿਓ, ਮੇਰੇ ਗੁਰੂ ਦੇ ਅੰਦਰ ਇਹੋ ਜਿਹਾ ਪਿਆਰ ਆ ਨਾ, ਕਈ ਜਨਮਾਂ ਦੇ ਭੁੱਲੇ ਭਟਕੇ ਹੋਏ ਸਿੱਖ ਨੂੰ ਵੀ ਲੱਭ ਕੇ ਤੇ ਪ੍ਰੇਮ ਦੇ ਤੀਰ ਨਾਲ ਵਿੰਨ ਦਿੰਦੇ ਆ। ਸੱਚੇ ਪਾਤਸ਼ਾਹ, ਮੂਲੇ ਨੇ ਤਾਂ ਕੁਝ ਜਨਮ ਤੈਨੂੰ ਭੁਲਾਇਆ ਸੀ ਨਾ, ਅਸੀਂ ਕਰੋੜਾਂ ਜਨਮਾਂ ਦੇ ਭੁੱਲੇ ਹੋਏ ਆ। ਕਈ ਵਾਰੀ ਅਸੀਂ ਕਹਿ ਦਿੰਦੇ ਆ ਨਾ ਜੀ, ਮੂਲੇ ਜੀ ਗੁਰੂ ਵੱਲੋਂ ਮੂੰਹ ਫੇਰ ਦਿੱਤਾ। ਉਹ ਸਿੱਖਾ, ਤੂੰ ਨਿੱਤ ਗੁਰੂ ਵੱਲੋਂ ਮੂੰਹ ਫੇਰਦਾ ਤੇ ਮੂਲੇ ਦੀਆਂ ਗੱਲਾਂ ਕਰਦਾ। ਭਾਈ ਮੂਲਾ, ਇੱਕ ਵਾਰੀ ਕਿਹਾ ਸੀ ਨਾ ਘਰ ਵਾਲੀ ਨੇ, ਸੁਹਾਗਣ ਬੀਬੀ ਨੇ, ਕਿ ਮੂਲਾ ਹੈ ਨਹੀਂ। ਗੁਰੂ ਨੇ ਇਹੀ ਸੁਭਾਵਕ ਕਹਿ ਦਿੱਤਾ ਸੀ, ਜੇ ਹੈ ਨਹੀਂ ਫਿਰ ਹੈ ਨਹੀਂ। ਸੱਪ ਆ ਕੇ ਲੜ ਗਿਆ, ਆਪ ਜਾਣਦੇ ਹੋ। ਪਰ ਪਿਆਰਿਓ, ਸ਼ਿਕਾਰ ਘਾਟ ਦੀ ਧਰਤੀ, ਧੰਨ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਸਿੰਘਾਂ ਦੇ ਨਾਲ ਜਾ ਰਹੇ ਨੇ, ਸ਼ਹਿ ਦਾ ਸ਼ਿਕਾਰ ਕਰਦੇ ਨੇ। ਭਾਈ ਦਇਆ ਸਿੰਘ ਜੀ ਕਹਿੰਦੇ, ਮਹਾਰਾਜ ਸ਼ੇਰਾਂ ਦੇ ਸ਼ਿਕਾਰ ਕਰਨ ਵਾਲਿਓ, ਅੱਜ ਸ਼ਹਿਆਂ ਦੇ ਸ਼ਿਕਾਰ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਇਹ ਤੀਰ ਮੈਂ ਕੇਵਲ ਲੋਹੇ ਦਾ ਤੀਰ ਨਹੀਂ ਇਹਦੇ ਵਿੱਚ ਵਿੰਨ ਰਿਹਾ। ਕਲਗੀਧਰ ਪਾਤਸ਼ਾਹ ਕਹਿੰਦੇ, ਕੇਵਲ ਸੋਨੇ ਦਾ ਤੀਰ ਨਹੀਂ ਦਇਆ ਸਿਆਂ, ਇਹ ਕੇਵਲ ਲੋਹੇ ਦਾ ਤੀਰ ਨਹੀਂ, ਇਹ ਕੇਵਲ ਸੋਨੇ ਦਾ ਤੀਰ ਨਹੀਂ, ਇਹ ਕੇਵਲ ਬਾਹਰਲਾ ਤੀਰ ਨਹੀਂ। ਦਇਆ ਸਿਆਂ, ਮੇਰੇ ਤੋਂ ਵਿਛੜਿਆ ਇਹਨੂੰ ਜਨਮਾਂ ਜਨਮਾਂਤਰ ਹੋ ਗਏ, ਮੈਂ ਇਹਨੂੰ ਪ੍ਰੇਮ ਦਾ ਤੀਰ ਅੱਜ ਮਾਰ ਰਿਹਾ। ਪਿਆਰਿਓ, ਇਹ ਸ਼ਕਤੀ ਹੈ ਗੁਰੂ ਦੇ ਅੰਦਰ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ, ਏਕ ਲਾਗਤ ਹੀ ਭੋਏ ਗਿਰ ਪਰਿਆ, ਪਰਿਆ ਕਰੇ ਜੇ ਸ਼ੇਖ। ਪ੍ਰੇਮ ਕੇ ਕਾਨ ਲਗੇ ਤਨ ਭੀਤਰ, ਵੈਦ ਕੇ ਜਾਣੇ ਕਾਰੀ ਜੀਓ। ਅੱਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਸਿੱਖਾ ਤੂੰ ਮੇਰੇ ਤੋਂ ਮੁੱਖ ਵੀ ਫੇਰ ਲੈਣਾ, ਇੱਕ ਵਾਰੀ ਤੂੰ ਕਹਿ ਦੇ ਗੁਰੂ ਮੈਂ ਤੇਰਾ ਆ ਤੇ ਤੂੰ ਮੇਰਾ ਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਮੈਂ 10ਵੇਂ ਜਾਮੇ ਚ ਆਣ ਕੇ ਆਪਣੇ ਭਾਈ ਮੂਲੇ ਦਾ ਉਧਾਰ ਕੀਤਾ। ਸਿੱਖਾਂ ਇੱਕ ਵਾਰੀ ਮੈਨੂੰ ਆਪਣੀ ਬਾਂਹ ਪਕੜਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਮੈਂ ਤੇਰੀ ਬਾਂਹ ਕਦੇ ਨਹੀਂ ਛੱਡਾਂਗਾ ਦੋ ਜਹਾਨਾਂ 'ਚ। ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਬਾਂਹ ਪਕੜਾਈ ਸੀ ਨਾ ਮੂਲੇ ਨੇ, ਇੱਕ ਵਾਰੀ ਖੁਸ਼ ਕਰ ਦਿੱਤਾ ਸੀ ਲਿਖ ਕੇ ਕਾਗਜ਼ ਦੇ ਉੱਤੇ, ਮਰਨਾ ਸੱਚ ਤੇ ਜਿਉਣਾ ਝੂਠ। ਸਿੱਖਾ, ਉਸਨੇ ਕਾਗਜ਼ ਤੇ ਲਿਖਿਆ ਸੀ, ਤੂੰ ਆਪਣੀ ਜ਼ੁਬਾਨ ਦੇ ਨਾਲ ਗੁਰੂ ਦੇ ਕੋਲ ਆ ਕੇ ਗੁਰੂ ਨੂੰ ਖੁਸ਼ ਕਰ, ਗੁਰੂ ਦੀ ਰਹਿਮਤ ਪ੍ਰਾਪਤ ਕਰ। ਸੱਚੀ ਗੱਲ ਹੈ, ਜਨਮਾਂ ਜਨਮਾਂ ਦੇ ਵਿਛੜੇ ਹੋਏ ਨੂੰ ਜਦੋਂ ਪ੍ਰੇਮ ਦਾ ਤੀਰ ਲੱਗੇਗਾ, ਕਲੇਜਾ ਵਿੰਨਿਆ ਜਾਏਗਾ। ਖੈਰ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਤਲਕ ਮੈਂ ਬੇਨਤੀਆਂ ਕਰਨੀਆਂ ਨੇ। ਅੰਮ੍ਰਿਤ ਵੇਲੇ ਰੋਜ਼ਾਨਾ ਜਦੋਂ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਤੇ ਪਿਆਰਿਓ, ਗੁਰੂ ਕੇ ਸਿੰਘ ਧੰਨ ਗੁਰੂ ਰਾਮਦਾਸ ਦੀਆਂ ਤੁਕਾਂ ਪੜ੍ਹਦੇ ਨੇ। ਕਹਿੰਦੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ। ਜਿਸ ਲਾਗੀ ਪੀਰ ਪਿਰਮ ਕੀ, ਸੋ ਜਾਣੇ ਜਰੀਆ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਪਿਆਰਿਓ, ਸੱਚੀ ਗੱਲ ਹੈ, ਗੁਰੂ ਦਾ ਤੀਰ ਸਾਡੇ ਅੰਦਰ ਦੀਆਂ ਚਲਾਕੀਆਂ ਨੂੰ ਖਤਮ ਕਰ ਦੇਗਾ। ਪ੍ਰੇਮ ਦਾ ਤੀਰ ਸਾਡੇ ਅੰਦਰ ਦੀ ਸਿਆਣਪ ਨੂੰ ਖਤਮ ਕਰ ਦੇਗਾ। ਗੁਰੂ ਦੇ ਪ੍ਰੇਮ ਦਾ ਤੀਰ ਸਾਡੇ ਅੰਦਰ ਦੀ ਭਟਕਾਂ ਨੂੰ ਖਤਮ ਕਰਕੇ ਰੱਖ ਦੇਗਾ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਜਿਹੜਾ ਅੰਦਰ ਜੀਵਤ ਭਾਵ ਆ, ਉਹਦੇ ਤੋਂ ਮਰ ਜਾਣਾ, ਇਹਨੂੰ ਹੀ ਕਹਿੰਦੇ ਸਦਾ ਦਾ ਜੀਵਨ। ਖੈਰ ਪਿਆਰਿਓ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਅੰਦਰ ਕਹਿੰਦੇ ਨੇ, ਪ੍ਰੇਮ ਕੇ ਕਾਨ ਲੱਗੇ ਤਨ ਭੀਤਰ, ਵੈਦ ਕੇ ਜਾਣੇ ਕਾਰੀ ਜੀਓ। ਜਦੋਂ ਪ੍ਰੇਮ ਦਾ ਤੀਰ ਵਿੰਨਦਾ ਹੈ ਤੇ ਮੈਂ ਬੇਨਤੀ ਕਰਾਂ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹਨੂੰ ਪ੍ਰੇਮ ਦਾ ਤੀਰ ਵਿੰਨ ਜਾਏ ਨਾ,
ਸੱਚੀ ਗੱਲ, ਉਹਦੇ ਅੰਦਰ ਇੱਕ ਜੋਤ ਜਗ ਜਾਂਦੀ ਆ ਤੇ ਉਹ ਜੋਤ ਇਤਨੀ ਪ੍ਰਬਲ ਹੋ ਜਾਂਦੀ ਆ, ਉਹਦੀਆਂ ਲਾਟਾਂ ਇੰਨੀਆਂ ਉੱਚੀਆਂ ਮੱਚਦੀਆਂ ਨੇ ਕਿ ਪਿਆਰਿਓ ਉਸ ਜੋਤ ਦੀ ਰੋਸ਼ਨੀ ਅੰਦਰ ਬਾਕੀ ਸਾਰੀਆਂ ਚੀਜ਼ਾਂ, ਜਿੰਨੇ ਪਾਪ ਨੇ, ਜਿੰਨੇ ਅੰਦਰ ਵੱਜਰ ਪਾਪ ਕੀਤੇ ਨੇ, ਜਿਤਨੇ ਅੰਦਰ ਕਾਮ ਕ੍ਰੋਧ ਦੇ ਭਰੇ ਹੋਏ ਭੰਡਾਰੇ ਆ, ਸਭ ਸਵਾਹ ਹੋ ਜਾਂਦੇ ਆ। ਗੁਰੂ ਸਾਹਿਬ ਜੀ ਕਹਿੰਦੇ ਨੇ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਹੈ, ਜਿਉ ਤ੍ਰਿਖਾਵੰਤ ਬਿਨ ਨੀਰ। ਅੰਦਰ ਇੱਕ ਤਪਸ਼ ਪੈਦਾ ਹੋ ਗਈ, ਅੰਦਰ ਇੱਕ ਅੱਗ ਪੈਦਾ ਹੋ ਗਈ, ਅੰਦਰ ਇੱਕ ਜੋਤ ਪੈਦਾ ਹੋ ਗਈ, ਅੰਦਰ ਇੱਕ ਰੋਸ਼ਨੀ ਹੋ ਗਈ, ਅੰਦਰ ਇੱਕ ਪ੍ਰਕਾਸ਼ ਹੋ ਗਿਆ। ਪਰ ਗੁਰੂ ਰਾਮਦਾਸ ਕਹਿੰਦੇ ਕਿਵੇਂ ਹੋਇਆ? ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਪ੍ਰੇਮੀਆਂ ਦੀ ਹਾਲਤ ਨੂੰ ਕੇਵਲ ਪ੍ਰੇਮੀ ਜਾਣ ਸਕਦੇ ਆ, ਜਾਂ ਜਿਸ ਦੇ ਨਾਲ ਪ੍ਰੇਮ ਹੋਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਸਿੱਖਾ ਤੈਨੂੰ ਜਦੋਂ ਪ੍ਰੇਮ ਦਾ ਤੀਰ ਵਿੰਨ ਜਾਏਗਾ ਨਾ, ਤੇ ਇਹੋ ਜਿਹੀ ਅੰਦਰ ਤਪਸ਼ ਪੈਦਾ ਹੋਵੇਗੀ, ਉਹ ਤਪਸ਼ ਤੇਰੇ ਸਾਰੇ ਪਾਪ ਜਿਹੜੇ ਸਵਾਹ ਕਰ ਦੇਗੀ। ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਦਾ ਹੈ। ਖੈਰ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਲੜੀਦਾਰ ਕਥਾ ਦੇ ਅਧੀਨ ਇਸ ਅਸਥਾਨ ਦੀ ਮਰਿਆਦਾ ਮੁਤਾਬਕ ਜੋ ਸ਼ਬਦ ਆਇਆ ਹੈ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਗ ਮਾਰੂ ਦੇ ਅੰਦਰ ਤੇ ਪੰਜਵੇਂ ਘਰ ਦੇ ਅੰਦਰ ਗਾਉਣ ਦੀ ਹਦਾਇਤ ਹੈ। ਰਾਗ ਮਾਰੂ ਮਹੱਲਾ ਪਹਿਲਾ, ਘਰ ਪੰਜਵਾਂ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਅਕਾਲ ਪੁਰਖ ਜੀ ਦਾ ਮੰਗਲਾਚਰਨ ਕਰਦੇ ਆ। ਤੇ ਮੈਂ ਬੇਨਤੀ ਕਰਾਂ ਪਿਆਰਿਓ, ਮੰਗਲਾਚਰਨ ਜਿਹੜਾ, ਇਹ ਮੰਗਲਾਚਰਨ ਬਾਰੇ ਵੀ ਥੋੜ੍ਹੀ ਬੇਨਤੀ ਕਰ ਦਿਆਂਗੇ। ਹਾਲਾਂਕਿ ਅਗਲੇ ਸ਼ਬਦ ਵਿੱਚ ਵੀ ਮੰਗਲਾਚਰਨ ਆਉਣਾ ਹੈ, ਪਰ ਮੈਂ ਇੱਥੇ ਅੱਜ ਹੀ ਬੇਨਤੀ ਕਰ ਦਿਆਂਗਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਥੋੜ੍ਹਾ ਜਿਹਾ ਮੈਂ ਪ੍ਰਕਰਨ ਚੋਂ ਨਿਕਲਾਂਗਾ, ਪਰ ਇਸ ਬੇਨਤੀ ਨੂੰ ਸਰਵਣ ਕਰ ਲਿਓ ਜ਼ਰੂਰ, ਕਿਉਂਕਿ ਮੈਂ ਗੱਲ ਸ਼ੁਰੂ ਕੀਤੀ ਸੀ ਗੁਰੂ ਦੇ ਭਰੋਸੇ, ਗੁਰੂ ਦੇ ਪ੍ਰਸਾਦ, ਗੁਰੂ ਦੀ ਕਿਰਪਾ ਤੋਂ। ਤੇ ਪਿਆਰਿਓ, ਕਲਗੀਧਰ ਸਵਾਮੀ ਜੀ, ਉਹਨਾਂ ਨੂੰ ਸਿੱਖਾਂ ਨੇ ਪੁੱਛਿਆ, ਕਹਿੰਦੇ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੱਤ ਸਾਨੂੰ ਜਿਤਨੀ ਦੇਰ ਲੱਗਦੀ ਹੈ ਘੋੜੇ ਦੇ ਉੱਤੇ ਅਸਵਾਰ ਹੋਣ ਦੀ, ਉਤਨੀ ਦੇਰ ਵਿੱਚ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੱਤ ਜਿਹੜਾ ਨਿਚੋੜਿਆ ਦੱਸ ਦਿਓ। ਕਲਗੀਧਰ ਪਾਤਸ਼ਾਹ ਜੀ ਮੁਸਕਰਾਏ ਤੇ ਮਹਾਰਾਜ ਜੀ ਨੇ ਜਦੋਂ ਘੋੜੇ ਉੱਤੇ ਸਵਾਰੀ ਕਰਨ ਲੱਗੇ ਨਾ, ਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਬੁੱਲਾਂ ਚੋਂ ਆਖਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਘੋੜੇ ਤੇ ਸਵਾਰ ਹੋ ਗਏ। ਕਹਿੰਦੇ ਪਿਆਰਿਓ, ਸਿੱਖੀ ਦਾ ਨਿਚੋੜ ਇਹੀ ਹੈ। ਅੱਜ ਦੇ ਸ਼ਬਦ ਦਾ ਮੰਗਲਾਚਰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪਿਆਰਿਓ, ਉਹ ਵਾਹਿਗੁਰੂ ਇੱਕ ਹੈ, ਉਹਦੀ ਜੋਤ ਸਾਰੇ ਪਾਸੇ ਓੰਕਾਰ ਦੇ ਅਰਥ ਨੇ, ਕਿਉਂਕਿ ਓੰਕਾਰ ਦੇ ਅਨੇਕਾਂ ਅਰਥ ਵਿਦਵਾਨਾਂ ਨੇ ਕੀਤੇ ਨੇ। ਮੈਂ ਇੱਕ ਅਰਥ ਆਪ ਜੀ ਦੇ ਸਮਕਸ਼ ਰੱਖਾਂਗਾ ਕਿ ਸਾਰਿਆਂ ਦੇ ਅੰਦਰ ਉਹਦੀ ਜੋਤ ਜਗਮਗ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਅੰਦਰ ਉਹ ਰਮਿਆ ਹੋਇਆ ਹੈ। ਉਹ ਵਾਹਿਗੁਰੂ ਹੀ ਸਤ ਹੈ, ਸਦਾ ਰਹਿਣ ਵਾਲਾ ਕੇਵਲ ਪਰਮਾਤਮਾ। ਉਹ ਸਿੱਖਾ ਕਿਤੇ ਡੁੱਲਣ ਵਾਲੀਆਂ ਭੱਜਣ ਵਾਲੀਆਂ ਚੀਜ਼ਾਂ ਦੇ ਉੱਤੇ ਨਾ ਤੂੰ ਡੁੱਲ ਜਾਈਂ, ਕਿਉਂਕਿ ਰਹਿਣ ਵਾਲਾ ਕੇਵਲ ਇੱਕ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਪਿਆਰਿਓ, ਸੱਚੀ ਗੱਲ ਹੈ, ਸਿੱਖੀ ਦੇ ਅੰਦਰ ਪ੍ਰਾਪਤੀ ਕੇਵਲ ਗੁਰੂ ਦੀ ਕਿਰਪਾ ਨਾਲ ਹੋ ਸਕਦੀ ਹੈ, ਹੋਰ ਕੋਈ ਰਸਤਾ ਨਹੀਂ। ਅਸੀਂ ਕਹਿ ਦਿੰਦੇ ਆ ਜੀ ਆਹ ਕਰ ਲਵਾਂਗੇ, ਇਸ ਤਰ੍ਹਾਂ ਨਹੀਂ ਪਿਆਰਿਓ। ਗੁਰੂ ਦੀ ਖੁਸ਼ੀ ਹੀ ਰੱਬ ਦੀ ਖੁਸ਼ੀ ਹੈ, ਗੁਰੂ ਦਾ ਤੀਰ ਹੀ ਰੱਬ ਤੱਕ ਲੈ ਕੇ ਚੱਲੇਗਾ। ਅੱਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਪ੍ਰੇਮੀ ਦੇ ਅੰਦਰ ਦੀ ਅਵਸਥਾ, ਜਿਹਨੂੰ ਤੀਰ ਵਿੰਨ ਗਿਆ, ਉਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਅਹਨਿਸ ਜਾਗੈ ਨੀਂਦ ਨਾ ਸੋਵੈ, ਸੋ ਜਾਣੈ ਜਿਸ ਵੇਦਨ ਹੋਵੈ। ਮਹਾਰਾਜ ਜੀ ਕਹਿੰਦੇ ਕਿ ਜਿਹਨੂੰ ਬਾਹਰਲਾ ਤੀਰ ਲੱਗ ਜਾਏ ਨਾ, ਉਹ ਸ਼ਾਇਦ ਦੁਬਾਰਾ ਸੌਂ ਸਕਦਾ ਹੈ ਜਦੋਂ ਉਸ ਤੀਰ ਦਾ ਆਪਰੇਸ਼ਨ ਹੋ ਜਾਏ। ਉਸ ਤੀਰ ਨੂੰ ਕੋਈ ਕੱਢ ਲੈ ਵਿੱਚੋਂ ਤੇ ਸ਼ਾਇਦ ਉਹ ਸੁਖੀ ਹੋ ਕੇ ਸੌਂ ਸਕਦਾ ਆ। ਕਿਸੇ ਨੂੰ ਗੋਲੀ ਲੱਗ ਜਾਏ, ਤੀਰ ਲੱਗ ਜਾਏ, ਬਾਹਰਲਾ ਕੋਈ ਸ਼ਸਤਰ ਅਸਤਰ ਲੱਗ ਜਾਏ, ਤੇ ਆਪਾਂ ਆਪਣੀ ਜ਼ਿੰਦਗੀ 'ਚ ਦੇਖਿਆ ਹੀ ਆ, ਕਿਤੇ ਕੋਈ ਸਰੀਰ ਦੇ ਉੱਤੇ ਕੋਈ ਕੱਟ ਹੋ ਜਾਏ, ਕਿਸ ਤਰ੍ਹਾਂ ਵੀ ਹੋ ਜਾਏ ਪਿਆਰਿਓ, ਥੋੜ੍ਹੀ ਤਕਲੀਫ ਹੁੰਦੀ ਆ, ਪਰ ਬੰਦਾ ਤੰਦਰੁਸਤ ਹੋ ਕੇ ਫਿਰ ਉਸੇ ਤਰ੍ਹਾਂ ਦਾ ਹੋ ਜਾਂਦਾ ਆ।
ਮੇਰੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਦਾ ਤੀਰ ਇਹੋ ਜਿਹਾ ਨਹੀਂ, ਗੁਰੂ ਦਾ ਤੀਰ ਇਹੋ ਜਿਹਾ ਨਹੀਂ ਕਿ ਇੱਕ ਵਾਰੀ ਤੈਨੂੰ ਲੱਗੇ ਤੇ ਤੂੰ ਫਿਰ ਤੰਦਰੁਸਤ ਹੋ ਜਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਿਆਰਿਆ, ਰੱਬ ਦਾ ਤੀਰ ਇਹੋ ਜਿਹਾ ਆ ਜਿਸ ਨੂੰ ਮੇਰੇ ਗੁਰੂ ਨਾਨਕ ਦਾ ਤੀਰ ਲੱਗ ਜਾਂਦਾ ਨਾ, ਦਿਨ ਰਾਤ ਜਿਹੜਾ ਉਹਦੇ ਅੰਦਰ ਪ੍ਰੇਮ ਹੀ ਪ੍ਰੇਮ ਫੁੱਟ ਜਾਂਦਾ ਹੈ। ਅਹਨਿਸ ਜਾਗੈ, ਅਹਨਿਸ ਦੇ ਅਰਥ ਨੇ ਦਿਨੇ ਰਾਤ ਉਹਦਾ ਅੰਦਰ ਜਾਗ ਉੱਠਦਾ ਆ। ਜਨਮਾਂ ਜਨਮਾਂ ਦੇ ਸੁੱਤੇ ਹੋਏ ਨੂੰ ਗੁਰੂ ਦਾ ਤੀਰ ਜਗਾ ਦਿੰਦਾ ਆ। ਨੀਂਦ ਨਾ ਸੋਵੇ, ਮਾਇਆ ਦੀ, ਮੋਹ ਦੀ, ਮਮਤਾ ਦੀ ਨੀਂਦ ਦੇ ਵਿੱਚ ਉਹ ਬੰਦਾ ਫਿਰ ਗਫਲਤ ਨਹੀਂ ਕਦੇ ਖਾਂਦਾ, ਉਹ ਫਿਰ ਕਦੇ ਖੁਆਰ ਨਹੀਂ ਹੁੰਦਾ, ਉਹ ਮਾਇਆ ਦੇ ਮੋਹ ਦੇ ਨੀਂਦ ਦੇ ਵਿੱਚ ਕਦੇ ਫਿਰ ਸੌਂਦਾ ਨਹੀਂ। ਗੁਰੂ ਕੇ ਪਿਆਰਿਓ, ਜਿਹਨੂੰ ਪ੍ਰੇਮ ਦਾ ਤੀਰ ਲੱਗੇ ਨਾ, ਕਬੀਰ ਸਾਹਿਬ ਕਹਿੰਦੇ ਕਿ ਮੈਨੂੰ ਪ੍ਰੇਮ ਦਾ ਤੀਰ ਲੱਗਿਆ, ਤੇ ਫਿਰ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ, ਲਾਂਬੇ ਗੋਂਡ ਪਸਾਰ। ਕਬੀਰ ਸਾਹਿਬ ਨੂੰ ਪ੍ਰੇਮ ਦਾ ਤੀਰ ਲੱਗਾ ਆ। ਉਹ ਕਹਿੰਦੇ ਹੁਣ ਮੈਂ ਸੌਂ ਨਹੀਂ ਸਕਦਾ, ਬਲਕਿ ਜਦੋਂ ਸੁੱਤੇ ਹੋਏ ਮਨੁੱਖ ਵੱਲ ਮੈਂ ਤੱਕਦਾ ਆ ਤੇ ਮੈਂ ਬੇਨਤੀ ਕਰਾਂ, ਕੇਵਲ ਰਾਤ ਦੀ ਨੀਂਦ ਜਿਹੜੀ ਆ ਉਹਨੂੰ ਹੀ ਨਹੀਂ ਸੌਣਾ ਕਹਿੰਦੇ। ਕਈ ਬੰਦਿਆਂ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਅੰਦਰੋਂ ਸੁੱਤੇ ਹੋਏ ਤੁਰੇ ਫਿਰਦੇ। ਤੇ ਮੈਂ ਬੇਨਤੀ ਕਰਾਂ, ਜਿਹੜੇ ਥੋੜਾ ਮੈਂ ਵਿਗਿਆਨ ਵੱਲ ਜਾਣਾ ਹੈ, ਮੇਰਾ ਇਹ ਵੈਸੇ ਇਸ ਤਰ੍ਹਾਂ ਕਰਨਾ ਸੁਭਾਅ ਨਹੀਂ, ਪਰ ਥੋੜੀ ਵਿਗਿਆਨਕ ਗੱਲ ਮੈਂ ਅੱਜ ਕਰਾਂਗਾ। ਇੱਕ ਦਸ਼ਾ ਹੁੰਦੀ ਹੈ ਜੀ, ਜਿੱਥੇ ਬੰਦਾ ਸੁੱਤਾ ਹੋਇਆ ਵੀ ਰਾਤ ਨੂੰ ਤੁਰਿਆ ਫਿਰਦਾ ਹੈ, ਉਹਨੂੰ ਇੱਥੋਂ ਦੇ ਲੋਕ ਸਲੀਪ ਵਾਕਿੰਗ ਕਹਿੰਦੇ ਆ। ਸੁੱਤਾ ਹੋਇਆ ਵੀ ਬੰਦਾ ਉੱਠ ਕੇ ਕਈ ਵਾਰੀ ਹੱਸਦਾ ਆ ਜਾਂ ਗੱਲਾਂ ਕਰਦਾ ਆ, ਗੁਣਗੁਣਾਉਂਦਾ ਆ, ਇੱਥੋਂ ਤੱਕ ਕਿ ਕਈ ਬੰਦੇ ਉੱਠ ਕੇ ਤੁਰ ਵੀ ਪੈਂਦੇ ਆ। ਪਰ ਪਿਆਰਿਓ, ਜਿਹੜਾ ਸੁੱਤਾ ਹੋਇਆ ਤੁਰਿਆ ਜਾਂਦਾ ਨਾ, ਡਾਕਟਰ ਕਹਿੰਦੇ ਆ ਕਿ ਉਸ ਬੰਦੇ ਨੂੰ ਖਤਰਾ ਆ, ਉਹ ਕਿਤੇ ਵੀ ਗਿਰ ਸਕਦਾ ਆ, ਉਹਨੂੰ ਕੋਈ ਵੀ ਚੋਟ ਲੱਗ ਸਕਦੀ ਆ, ਉਹਦਾ ਕੁਝ ਵੀ ਹੋ ਸਕਦਾ ਆ। ਪਿਆਰਿਓ, ਅਸੀਂ ਵੀ ਸਾਰੇ ਸੱਚੀ ਗੱਲ ਸਲੀਪ ਵਾਕਿੰਗ ਹੀ ਕਰਦੇ ਪਏ ਆ, ਤੁਰੇ ਫਿਰਦੇ ਆ, ਪਰ ਅੰਦਰੋਂ ਸੁੱਤੇ ਪਏ ਆ। ਮੈਂ ਸੱਚੀ ਗੱਲ ਦੱਸਦਾ ਪਿਆਰਿਓ, ਸਾਨੂੰ ਵੀ ਡਰ ਹੈ ਕਿ ਕਾਮ ਦੀ ਚੋਟ ਲੱਗ ਜਾਏ, ਕ੍ਰੋਧ ਦੀ ਚੋਟ ਲੱਗ ਜਾਏ, ਹੰਕਾਰ ਦੀ ਚੋਟ ਲੱਗ ਜਾਏ, ਈਰਖਾ, ਦੁਬਦਾ ਤੇ ਚੁਗਲੀ ਦੀ ਚੋਟ ਲੱਗ ਜਾਏ। ਸੱਚੀ ਗੱਲ, ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੁੱਤਿਆਂ ਹੀ ਸੁੱਤਿਆ ਰਹਿੰਦਾ ਆ, ਤੇ ਅਨੇਕਾਂ ਵਾਰੀ ਗਿਰਦਾ ਆ, ਅਨੇਕਾਂ ਵਾਰੀ ਉੱਠਦਾ ਆ, ਅਨੇਕਾਂ ਵਾਰੀ ਗਿਰਦਾ ਆ, ਅਨੇਕਾਂ ਵਾਰੀ ਉੱਠਦਾ ਹੈ। ਇਹ ਚੱਲੀ ਜਾਂਦਾ ਹੈ। ਬੰਦਾ ਆਪਣੀ ਜ਼ਿੰਦਗੀ ਨੂੰ ਹੀ ਸਲੀਪ ਵਾਕਿੰਗ ਕਰਦਿਆਂ ਕਰਦਿਆਂ ਇੱਕ ਦਿਨ ਚੰਗੀ ਤਰ੍ਹਾਂ ਫਿਰ ਲੰਬੇ, ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨਾ, ਗੋਡੇ ਪਸਾਰ ਕੇ ਫਿਰ ਸਾਰੀ ਉਮਰ ਵੀ ਸੁੱਤਿਆਂ ਬੀਤ ਜਾਂਦੀ ਹੈ। ਤੇ ਪਿਆਰਿਓ, ਮੌਤ ਵੇਲੇ ਤਾਂ ਫਿਰ ਗੋਡੇ ਪਸਾਰਨੇ ਹੀ ਪੈਂਦੇ ਆ, ਭਾਵੇਂ ਪਸਾਰਨੇ ਹੋਣ ਤੇ ਭਾਵੇਂ ਨਾ ਪਸਾਰਨੇ ਹੋਣ। ਕਬੀਰ ਸਾਹਿਬ ਜੀ ਦਾ ਸ਼ਬਦ, ਅਹਨਿਸ ਜਾਗੈ ਨੀਂਦ ਨਾ ਸੋਵੈ। ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਿਆਰਿਆ, ਜੇ ਤੂੰ ਚਾਹੁੰਦਾ ਆ ਕਿ ਮੈਂ ਉੱਠ ਖੜਾਂ, ਤੇ ਮੈਂ ਬੇਨਤੀ ਕਰਾਂ, ਜਿਹੜੇ ਜਾਗ ਪਏ ਨਾ, ਉਹਨਾਂ ਨੇ ਹੋਰਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਕਾ ਦੇ ਕੇ ਸਿੱਖ ਨੂੰ ਕਹਿੰਦੇ, ਜਾਗੋ ਜਾਗੋ ਸੂਤਿਓ, ਚੱਲਿਆ ਵਣਜਾਰਾ। ਪਿਆਰਿਓ, ਜਿਹੜੇ ਆਪ ਉੱਠ ਖੜੇ, ਉਹ ਫਿਰ ਦੂਜੇ ਨੂੰ ਇਸ ਸਲੀਪ ਵਾਕਿੰਗ ਦੀ ਜ਼ਿੰਦਗੀ ਤੋਂ ਜਗਾਉਣ ਦੀ ਕੋਸ਼ਿਸ਼ ਕਰਦੇ ਨੇ। ਜਾਗੋ, ਉਹ ਬੰਦਿਆ ਕਿਉਂ ਸੁੱਤਾ ਪਿਆ ਆ, ਤੂੰ ਉੱਠ। ਖੈਰ ਪਿਆਰਿਓ, ਸੋ ਜਾਣੈ ਜਿਸ ਵੇਦਨ ਹੋਵੇ। ਪਹਿਲੀ ਗੱਲ, ਜਿਹਨੂੰ ਪ੍ਰੇਮ ਦਾ ਤੀਰ ਲੱਗ ਜਾਂਦਾ ਨਾ, ਦਿਨੇ ਰਾਤ ਉਹ ਜਾਗਤ ਹੀ ਰਹਿੰਦਾ ਆ, ਕਦੇ ਫਿਰ ਗਫਲਤ ਦੀ ਨੀਂਦ ਵਿੱਚ ਨਹੀਂ ਸੌਂਦਾ। ਦੂਜੀ ਗੱਲ ਕਿ ਪ੍ਰੇਮੀ ਦੇ ਅੰਦਰ ਦੀ ਦਸ਼ਾ ਕੇਵਲ ਪ੍ਰੇਮੀ ਜਾਂ ਵਾਹਿਗੁਰੂ ਜਾਣ ਸਕਦਾ, ਹੋਰ ਕੋਈ ਨਹੀਂ ਜਾਣ ਸਕਦਾ। ਜਦੋਂ ਗੁਰੂ ਦੇ ਪ੍ਰੇਮ ਦੇ ਵਿੱਚ ਨੈਣਾ ਵਿੱਚੋਂ ਨੀਰ ਵਗਦਾ ਨਾ, ਕਈ ਵਾਰੀ ਗੁਰੂ ਘਰ ਦੇ ਅੰਦਰ ਸ਼ਬਦ ਸੁਣਦੇ ਆ ਤੇ ਅੰਦਰੋਂ ਚੋਟ ਲੱਗਦੀ ਆ ਕਿ ਮਨਾ, ਸੱਚਮੁੱਚ ਤੂੰ ਗੁਰੂ ਦੇ ਨਾਲ ਜੁੜ। ਥੋੜਾ ਥੋੜਾ ਇਹ ਅੰਦਰੋਂ ਮਹਿਸੂਸ ਹੁੰਦਾ ਆ, ਤੇ ਕਈ ਵਾਰੀ ਕੋਲ ਬੈਠੇ ਹੋਇਆ ਕਹਿੰਦੇ ਨੇ, ਪਤਾ ਨਹੀਂ ਕੀ ਇਹਨੂੰ ਕੋਈ ਅੰਦਰ ਦੀ ਜਿਹੜੀ ਮਾਨਸਿਕ ਪੀੜਾ ਹੋਏਗੀ, ਜਿਹੜੀ ਇਹਦੇ ਨੇਤਰਾਂ ਚੋਂ ਨੀਰ ਨਿਕਲਿਆ, ਜਾਂ ਦੁਨੀਆ ਦੇ ਲੋਕ ਦੇਖ ਕੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ, ਜਦੋਂ ਰੱਬ ਦੇ ਘਰ ਤੋਂ ਸੱਦਾ ਆਇਆ ਕਿ ਹੇ ਨਾਨਕ, ਇਹ ਰੱਬ ਜੀ ਕਹਿ ਰਹੇ ਨੇ, ਹੇ ਨਾਨਕ, ਮੈਂ ਤੈਨੂੰ
ਸੰਸਾਰ ਦੇ ਵਿੱਚ ਨਾਮ ਦਾ ਅੰਮ੍ਰਿਤ ਪਿਆਲਾ ਪਿਆਵਣ ਵਾਸਤੇ ਘੱਲਿਆ ਆ। ਤੇ ਉਸ ਵੇਲੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਵੇਈ ਚੋਂ ਨਿਕਲੇ ਨਾ, ਤੇ ਪਹਿਲਾਂ ਸਭ ਤੋਂ ਪਹਿਲਾਂ ਜਾ ਕੇ ਤੇ ਕਬਰ ਅਸਥਾਨ ਦੇ ਵਿੱਚ ਬੈਠ ਜਾਂਦੇ ਨੇ, ਸ਼ਮਸ਼ਾਨ ਭੂਮੀ ਦੇ ਵਿੱਚ। ਲੋਕੀ ਸੋਚਦੇ ਆ ਪਤਾ ਨਹੀਂ ਕੀ ਹੋ ਗਿਆ। ਪ੍ਰੇਮੀ ਦੇ ਅੰਦਰ ਦੀ ਦਸ਼ਾ ਨੂੰ ਲੋਕ ਜਿਹੜੇ ਆ ਉਹ ਸਮਝ ਨਹੀਂ ਸਕਦੇ। ਲੋਕਾਂ ਨੇ ਬੜਾ ਕੁਛ ਆਖਿਆ ਬਾਬੇ ਨੂੰ, ਬਾਬੇ ਦੇ ਅੰਦਰ ਸੱਚ ਸੀ। ਬਾਬੇ ਨੇ ਸਾਨੂੰ ਦੱਸ ਦਿੱਤਾ। ਕਿਤੇ ਸਾਨੂੰ ਕਹਿੰਦੇ ਹੁੰਦੇ ਅਸੀਂ ਲੁਕੋ ਲੈਣਾ ਸੀ, ਪਰ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਲੋਕਾਂ ਨੇ ਬੜਾ ਕੁਝ ਆਖਿਆ। ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਮੈਨੂੰ ਪ੍ਰੇਮ ਦਾ ਤੀਰ ਲੱਗਾ ਹੋਇਆ ਹੈ। ਦੁਨੀਆ ਮੇਰੇ ਵੱਲ ਦੇਖ ਕੇ ਤੇ ਪਹਿਲੀ ਗੱਲ ਕਹਿੰਦੀ ਹੈ ਕਿ ਇਹਨੂੰ ਕੋਈ ਭੂਤ ਚਿੰਬੜਿਆ ਹੋਇਆ ਹੈ। ਦੂਸਰੀ ਗੱਲ ਦੁਨੀਆ ਦੇ ਲੋਕ ਕਹਿੰਦੇ ਆ ਕਿ ਬੇਤਾਲਾ। ਬੇਤਾਲਾ ਦੇ ਅਰਥ ਨੇ ਕਿ ਜ਼ਿੰਦਗੀ ਦੀ ਤਾਲ ਤੋਂ ਖੁੰਝ ਜਾਣਾ, ਮਤਲਬ ਕਿ ਮਾਨਸਿਕ ਰੋਗੀ ਹੋ ਜਾਣਾ, ਮੈਂਟਲੀ ਅਪਸੈਟ ਜਿਹਨੂੰ ਅਸੀਂ ਕਹਿੰਦੇ ਹਾਂ। ਪਰ ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਜਿਹੜੇ ਅੰਗਰੇਜ਼ੀ ਦੇ ਸ਼ਬਦ ਆ ਨਾ, ਇਹ ਪੰਜਾਬੀ ਵਿੱਚੋਂ ਧਕੇਲ ਕੇ ਬਾਹਰ ਕਰੀਏ। ਸਾਡਾ ਸ਼ਬਦਕੋਸ਼ ਇੰਨਾ ਭਰਪੂਰ ਆ। ਮਾਨਸਿਕ ਪੀੜਾ ਕਹਿਣ ਦੇ ਵਿੱਚ ਕੋਈ ਹਰਜ ਹੈ ਜਾਂ ਮਾਨਸਿਕ ਰੋਗੀ? ਇਹ ਕੇਵਲ ਇੱਕ ਬਾਹਰਲੀ ਉਦਾਹਰਨ ਹੈ ਪਿਆਰਿਓ। ਆਪਣੇ ਸ਼ਬਦਕੋਸ਼ ਨੂੰ ਘਟਾਓ ਨਾ। ਘਟਦਿਆਂ ਮੈਂ ਰੋਜ਼ ਬੇਨਤੀ ਕਰਦਾ ਹਾਂ। ਅੱਜ ਸਾਡੇ ਬੱਚਿਆਂ ਨੂੰ ਕਥਾ ਦੀ ਸਮਝ ਨਹੀਂ ਲੱਗਦੀ। ਕਿਉਂ ਨਹੀਂ ਲੱਗਦੀ? ਕਿਉਂ ਨਹੀਂ ਲੱਗਦੀ? ਅਸੀਂ ਉਹਨਾਂ ਨੂੰ ਸ਼ਬਦਕੋਸ਼ ਨਹੀਂ ਦੇ ਸਕੇ। ਅਸੀਂ ਉਹਨਾਂ ਨੂੰ ਸ਼ਬਦਕੋਸ਼, ਵੋਕੈਬੂਲਰੀ ਜਿਹਨੂੰ ਕਹਿੰਦੇ ਅੰਗਰੇਜ਼ੀ 'ਚ, ਦੇ ਨਹੀਂ ਸਕੇ। ਕਥਾ ਵਾਲੀ, ਗੁਰਦੁਆਰੇ ਵਿੱਚ ਬੈਠਣ ਵਾਲੀ ਸ਼ਬਦਕੋਸ਼ ਨਹੀਂ ਦੇ ਸਕੇ। ਇਹ ਮੈਂ ਕਿਸੇ ਤੇ ਲਗਾ ਕੇ ਨਹੀਂ ਕਹਿੰਦਾ। ਮੈਂ ਵੀ ਬਾਹਰ ਦਾ ਜੰਪਲ ਆ। ਮੈਂ ਆਪਣੇ ਸਾਰੇ ਘਰਾਂ ਦੇ ਅੰਦਰ ਜੋ ਬੀਤ ਰਹੀ ਹੈ ਉਹ ਗੱਲ ਆਪ ਜੀ ਨੂੰ ਦੱਸ ਰਿਹਾ। ਤੇ ਮੈਂ ਬੇਨਤੀ ਕਰਾਂ ਪਿਆਰਿਓ, ਫਿਰ ਆਪਣੇ ਪ੍ਰਕਰਨ ਵੱਲ ਆਵਾਂ। ਸੋ ਜਾਣੇ ਜਿਸ ਵੇਦਨ ਹੋਵੇ। ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮੈਨੂੰ ਮਾਨਸਿਕ ਰੋਗੀ, ਮੈਨੂੰ ਭੂਤ ਚਿੰਬੜਿਆ ਹੋਇਆ, ਕੋਈ ਮੈਨੂੰ ਵਿਚਾਰਾ ਕਹਿ ਕੇ ਦੁਲਕਾਰਦੇ ਸੀ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ। ਕਹਿੰਦੇ ਮੈਂ ਤੇ ਉਸ ਰੱਬ ਦੇ ਪ੍ਰੇਮ ਦੇ ਤੀਰ ਨਾਲ ਵਿੰਨਿਆ ਹੋਇਆ ਦੀਵਾਨਾ ਹੋ ਗਿਆ। ਪ੍ਰੇਮ ਦਾ ਤੀਰ ਲੱਗਾ ਹੋਇਆ ਹੈ, ਪਰ ਦੁਨੀਆ ਦੇ ਲੋਕ ਨਹੀਂ ਜਾਣ ਸਕਦੇ। ਅੱਧੀ ਰਾਤ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਰੀਰਕ ਉਮਰ ਹੈ ਬਹੁਤ ਛੋਟੀ ਹੈ। ਅੱਧੀ ਰਾਤ ਨੂੰ ਉੱਠਦੇ ਨੇ। ਬਬੀਹਾ ਜਿਹੜਾ ਆ ਉਹ ਪ੍ਰਿਓ ਕਰਦਾ। ਮੇਰੇ ਗੁਰੂ ਨਾਨਕ ਸਾਹਿਬ ਦੇ ਮੁਖ ਦੇ ਵਿੱਚ ਰੱਬ ਦਾ ਨਾਮ ਆਉਂਦਾ। ਮਾਤਾ ਤ੍ਰਿਪਤਾ ਜੀ ਦੇਖ ਕੇ ਗੰਭੀਰ ਹੋ ਜਾਂਦੇ ਆ ਕਿ ਇਹ ਰਾਤਾਂ ਨੂੰ ਵੀ ਨਹੀਂ ਸੌਂਦਾ। ਤੇ ਪਿਆਰਿਓ, ਉਸ ਵੇਲੇ ਮਾਂ ਤ੍ਰਿਪਤਾ ਜੀ ਨੇ ਆਖਿਆ, ਲਾਲ ਜੀ ਕੋਈ ਅੰਦਰ ਤੇਰੇ ਮਨ ਦੇ ਵਿੱਚ ਕੋਈ ਚਿੰਤਾ ਆ, ਤੇਰੇ ਅੰਦਰ ਨੂੰ ਕੁਛ ਖਾ ਰਿਹਾ ਆ, ਤੂੰ ਕਿਉਂ ਨਹੀਂ ਰਾਤ ਨੂੰ ਸੌਂਦਾ? ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਕਿਹਾ, ਮਾਂ ਬਬੀਹਾ ਜਿਹੜਾ ਆ ਉਹ ਬੋਲਦਾ ਪਿਆ ਆ। ਉਹਦਾ ਪਿਆਰਾ ਬੱਦਲ ਬੜਾ ਨੇੜੇ ਆ। ਜਦੋਂ ਬੱਦਲ ਇਕੱਠੇ ਹੋਣਗੇ ਤੇ ਇੱਕ ਬੂੰਦ ਆਏਗੀ, ਉਸ ਚਾਤਰਿਕ ਦੀ, ਉਸ ਬਬੀਹੇ ਦੀ ਪਿਆਸ ਨੂੰ ਬੁਝਾ ਦੇਗੀ। ਉਹਦਾ ਪਿਆਰਾ ਬੜਾ ਨੇੜੇ ਆ, ਮੇਰਾ ਪਿਆਰਾ ਮੇਰੇ ਤੋਂ ਬੜਾ ਦੂਰ ਆ। ਜੇ ਇਹ ਬਬੀਹਾ ਅੱਧੀ ਰਾਤ ਨੂੰ ਵੀ ਪ੍ਰਿਓ ਕਰੀ ਜਾਂਦਾ ਆ, ਮੈਂ ਵੀ ਆਪਣੇ ਬੁੱਲਾਂ ਨਾਲ, ਆਪਣੇ ਸਾਈਂ ਨੂੰ, ਆਪਣੀ ਜ਼ੁਬਾਨ ਨਾਲ, ਆਪਣੀ ਰਸਨਾ ਨਾਲ ਆਪਣੇ ਪਿਆਰੇ ਨੂੰ ਯਾਦ ਕਰਦਾ ਰਹੇਗਾ। ਗੁਰੂ ਸਾਹਿਬ ਦਾ ਸ਼ਬਦ ਹੈ ਜੀ, ਰੈਣ ਬਬੀਹਾ ਬੋਲਿਓ ਮੇਰੀ ਮਾਈ। ਹੇ ਮਾਤਾ ਤ੍ਰਿਪਤਾ, ਬਬੀਹਾ ਜਦ ਤੱਕ ਬੋਲਦਾ ਹੈ ਆਪਣੇ ਪਿਆਰੇ ਵਾਸਤੇ, ਉਦੋਂ ਤੱਕ ਮੈਂ ਵੀ ਬੋਲਾਂਗਾ। ਸੋ ਜਾਣੈ ਜਿਸ ਵੇਦਨ ਹੋਵੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੋਰ ਕੋਈ ਨਹੀਂ ਜਾਣ ਸਕਦਾ, ਕੇਵਲ ਜਿਹਨੂੰ ਤੀਰ ਲੱਗਾ ਹੋਇਆ ਨਾ ਉਹੀ ਜਾਣ ਸਕਦਾ। ਪ੍ਰੇਮ ਕੇ ਕਾਨ ਦੇ ਅਰਥ ਮੈਂ ਕੀਤੇ ਨੇ ਤੀਰ। ਲੱਗੇ ਤਨ ਭੀਤਰ, ਜਦੋਂ ਅੰਦਰ ਲੱਗਦੇ ਤਨ ਭੀਤਰ। ਤਨ ਦੇ ਅਰਥ ਬਾਹਰਲਾ ਸਰੀਰ ਨਹੀਂ, ਤਨ ਦੇ ਅਰਥ ਨੇ ਅੰਦਰਲਾ ਸੂਖਸ਼ਮ ਸਰੀਰ। ਜਿਸ ਸਰੀਰ ਨੂੰ ਲੈ ਕੇ ਦੁਨੀਆ 'ਚ ਆਏ ਹਨ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਦੋਂ ਤੇਰੇ ਅੰਦਰ ਨੂੰ ਗੁਰੂ ਦੇ ਪ੍ਰੇਮ ਦਾ ਤੀਰ ਵਿੰਨ ਜਾਏਗਾ, ਵੈਦ ਕੇ ਜਾਣੈ ਕਾਰੀ ਜੀਓ। ਉਹ ਇਹੋ ਜਿਹਾ ਤੀਰ ਆ, ਉਹਨੂੰ ਕੋਈ ਵੈਦ ਜਿਹੜਾ ਕੱਢ ਨਹੀਂ ਸਕਦਾ। ਵੈਦਾਂ ਨੂੰ ਕੀ ਪਤਾ? ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਲਕ ਕਲੇਜੇ ਮਾਹੇ। ਗੁਰੂ ਨਾਨਕ ਸਾਹਿਬ ਦੀ ਵੀ ਬਾਂਹ ਕਦੇ ਵੈਦਾਂ ਨੇ ਫੜੀ ਸੀ। ਵੈਦ ਨੂੰ ਆਖਿਆ, ਭਾਈ ਵੈਦਾ
ਇਹ ਤੈਨੂੰ ਮਿਲਣੀ ਨਹੀਂ ਪੀੜਾ ਕਿਹੜੀ ਹੈ, ਇਹ ਬਾਹਰਲੀ ਪੀੜ ਨਹੀਂ, ਇਹ ਤਾਂ ਪ੍ਰੇਮ ਦਾ ਤੀਰ ਲੱਗਾ ਹੋਇਆ ਹੈ। ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ, ਜਿਸਨੂੰ ਸਾਚਾ ਸਿਫਤੀ ਲਾਏ, ਜਿਸ ਨੂੰ ਪ੍ਰਮਾਤਮਾ, ਜਿਸ ਨੂੰ ਸੱਚਾ ਵਾਹਿਗੁਰੂ ਆਪਣੇ ਗੁਣਾਂ ਦੇ ਵਿੱਚ ਗਾਉਣ ਦੇ ਵਿੱਚ ਲਾ ਦੇਵੇ, ਗੁਰਮੁਖ ਵਿਰਲੇ ਕਿਸੈ ਬੁਝਾਏ। ਕਰੋੜਾਂ ਦੇ ਵਿੱਚੋਂ, ਲੱਖਾਂ ਦੇ ਵਿੱਚੋਂ ਕੋਈ ਇੱਕ ਗੁਰੂ ਦਾ ਪਿਆਰਾ ਆ ਜਿਸ ਦੇ ਅੰਦਰ ਇਹ ਚੀਜ਼ ਘਰ ਕਰ ਜਾਂਦੀ ਹੈ, ਪ੍ਰਮਾਤਮਾ ਦੀ ਸਿਫਤੀ, ਪ੍ਰਮਾਤਮਾ ਦਾ ਨਾਮ ਜਪਣਾ। ਅੰਮ੍ਰਿਤ ਕੀ ਸਾਰ ਸੋਈ ਜਾਣੈ, ਜੇ ਅੰਮ੍ਰਿਤ ਕਾ ਵਾਪਾਰੀ ਜੀਓ। ਗਿਆਨੀ ਹਰਮੰਦ ਸਿੰਘ ਜੀ ਨੇ ਅੰਮ੍ਰਿਤ ਦੇ ਅਰਥ ਕੀਤੇ ਨੇ ਕਿ ਇਹ ਸਰੀਰ, ਪਿਆਰਿਓ, ਇਹ ਸਰੀਰ ਵੀ ਅੰਮ੍ਰਿਤ ਵਰਗਾ। ਤੇ ਗੁਰੂ ਗੋਬਿੰਦ ਸਿੰਘ ਨੇ ਇੱਕ ਲਫ਼ਜ਼ ਵਰਤਿਆ, ਕੰਚਨ। ਸਦਾ ਰਹਿ ਕੰਚਨ ਸਿਕਾਇਆ, ਕਾਲ ਨਾ ਕਬਹੂ ਵਿਆਪੇ। ਇਹ ਸਰੀਰ ਵੀ ਇੱਕ ਇਹੋ ਜਿਹੀ ਵਸਤੂ ਮਿਲੀ ਹੋਈ ਹੈ ਜਿਹਦੀ ਕੋਈ ਕੀਮਤ ਨਹੀਂ। ਪਿਆਰਿਓ, ਅੱਖਾਂ ਚਲੀਆਂ ਜਾਣ ਤੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਹੈ ਨਹੀਂ ਕਿ ਅੱਖਾਂ ਦੀ ਕੀਮਤ ਕੀ ਹੈ। ਕੰਨ ਚਲੇ ਜਾਣ, ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਹੈ ਨਹੀਂ ਕੰਨਾਂ ਦੀ ਕੀਮਤ ਕੀ ਹੈ। ਪਿਆਰਿਓ, ਅੰਮ੍ਰਿਤ ਕੀ ਸਾਰ ਸੋਈ ਜਾਣੈ, ਜੇ ਅੰਮ੍ਰਿਤ ਕਾ ਵਾਪਾਰੀ ਜੀਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਅਸਲੀ ਗੱਲ ਬੰਦਿਆ, ਤੂੰ ਆਪਣੇ ਸਾਹਾਂ ਦੇ ਨਾਲ, ਤੂੰ ਆਪਣੇ ਸਰੀਰ ਦੇ ਨਾਲ ਅੱਜ ਤੱਕ ਕੌਡੀਆਂ ਹੀ ਖਰੀਦਦਾ ਰਿਹਾ ਆ। ਇਸੇ ਕਰਕੇ ਤੈਨੂੰ ਪਤਾ ਨਹੀਂ ਕਿ ਤੇਰੇ ਸਰੀਰ ਦੀ, ਮਨੁੱਖਾ ਜਨਮ ਦੀ ਕੀਮਤ ਕੀ ਹੈ। ਅੰਮ੍ਰਿਤ ਕੀ ਸਾਰ ਸੋਈ ਜਾਣੈ। ਇਸ ਜ਼ਿੰਦਗੀ ਦੀ ਕੀਮਤ ਉਹ ਜਾਣਦੇ ਨੇ ਜੋ ਅੰਮ੍ਰਿਤ ਕਾ ਵਪਾਰੀ ਜੀਓ, ਜਿਨ੍ਹਾਂ ਨੇ ਇਸ ਸਰੀਰ ਦੇ ਨਾਲ ਅੰਮ੍ਰਿਤ ਦਾ ਵਪਾਰ ਕੀਤਾ। ਰਹਾਓ, ਫਿਰ ਸੇਤੀ ਧਨ ਪ੍ਰੇਮ ਰਚਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜਿਹੜਾ ਆਪਣੇ ਪਿਆਰੇ ਦੇ ਨਾਲ ਇੱਕ ਸੁਹਾਗਣ ਦੀ ਉਦਾਹਰਨ ਦਿੰਦੇ ਨੇ, ਫਿਰ ਸੇਤੀ ਧਨ ਪ੍ਰੇਮ ਰਚਾਏ, ਗੁਰ ਕੈ ਸ਼ਬਦ ਤਥਾ ਚਿਤ ਲਾਏ। ਕਹਿੰਦੇ, ਪਿਆਰਿਆ, ਤੂੰ ਜਿਵੇਂ ਇੱਕ ਸੁਹਾਗਣ ਆਪਣੇ ਪਤੀ ਨੂੰ ਪਿਆਰ ਕਰਦੀ ਹੈ, ਇਵੇਂ ਰੱਬ ਨੂੰ ਪਿਆਰ ਕਰ। ਜੇ ਪੁੱਛੀਏ ਧੰਨ ਗੁਰੂ ਨਾਨਕ ਸਾਹਿਬ, ਸੁਹਾਗਣਾ ਵਾਂਗੂ ਕਿਵੇਂ ਰੱਬ ਨੂੰ ਪਿਆਰ ਕੀਤਾ ਜਾਏਗਾ? ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਗੁਰ ਕੈ ਸ਼ਬਦ ਤਥਾ ਚਿਤ ਲਾਏ। ਜਿਵੇਂ ਇੱਕ ਸੁਹਾਗਣ ਆਪਣੇ ਪਤੀ ਪਰਮੇਸ਼ਰ ਨੂੰ ਹਿਰਦੇ 'ਚ ਵਸਾ ਕੇ ਰੱਖਦੀ ਹੈ, ਤੂੰ ਇੱਕ ਕੰਮ ਕਰ ਗੁਰੂ ਦੇ ਸਿੱਖਾ, ਤੂੰ ਆਪਣੇ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਮੰਤਰ ਨੂੰ ਆਪਣੇ ਹਿਰਦੇ 'ਚ ਵਸਾ। ਸਹਿਜ ਸੇਤੀ ਧਨ ਖਰੀ ਸੁਹੇਲੀ, ਤ੍ਰਿਸ਼ਨਾ ਤਿਖਾ ਨਿਵਾਰੀ ਜੀਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜਦੋਂ ਤੇਰੇ ਅੰਦਰ ਗੁਰੂ ਦਾ ਮੰਤਰ ਵਸ ਜਾਏਗਾ, ਜਦੋਂ ਤੇਰੇ ਅੰਦਰ ਗੁਰੂ ਦਾ ਸ਼ਬਦ ਵਸ ਜਾਏਗਾ, ਜਦੋਂ ਤੇਰੇ ਅੰਦਰ ਗੁਰੂ ਦੇ ਬਚਨ ਵਸ ਜਾਣਗੇ। ਮੈਂ ਬੇਨਤੀ ਕਰਾਂ ਪਿਆਰਿਓ, ਕੱਲ ਵੀ ਜਪ ਦੇ ਮੁਤਲਕ ਮੈਂ ਬੇਨਤੀ ਕੀਤੀ ਸੀ, ਜਪ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਜਿਹੜੇ ਕਹਿੰਦੇ ਜੀ ਰਸਨਾ ਦਾ ਜਾਪ ਕੀ ਆ, ਕੀ ਉਹ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਸਨਾ ਤੇ ਜਾਪ ਤੋਂ ਹੀ ਸਭ ਸ਼ੁਰੂਆਤ ਕਰਦੇ ਨੇ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਸ ਮਨ ਉਪਜੋ ਸਗਲੇ ਦੁਖ ਪਲਾਇਣ। ਰਸਨਾ ਜਪਦੀ ਤੂੰ ਹੀ ਗੁਰੂ ਕੇ ਪਿਆਰਿਓ, ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ। ਇੱਕ ਇੱਕ ਥਾਂ ਤੇ ਕਈ ਵਾਰ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਹਿੰਦੇ ਨੇ, ਤੇਰਾ ਆਤਮਕ ਸਫ਼ਰ ਜਪ ਤੋਂ ਸ਼ੁਰੂ ਹੋਵੇਗਾ। ਗੁਰ ਕੇ ਸ਼ਬਦ ਤਥਾ ਚਿਤ ਲਾਏ। ਜੇ ਗੁਰੂ ਦੇ ਸ਼ਬਦਾਂ ਵਿੱਚ ਤੂੰ ਚਿੱਤ ਜੋੜਨਾ ਆ, ਪਹਿਲਾਂ ਆਪਣੀ ਰਸਨਾ ਜੋੜ। ਰਸਨਾ ਜੁੜਦੀ ਤੇਰਾ ਚਿੱਤ ਵੀ ਜੁੜ ਜਾਏਗਾ। ਸਹਿਜ ਸੇਤੀ ਧਨ ਖਰੀ ਸੁਹੇਲੀ। ਜਦੋਂ ਗੁਰੂ ਦੇ ਸ਼ਬਦ ਦੇ ਵਿੱਚ ਤੂੰ ਚਿੱਤ ਜੋੜੇਗਾ ਨਾ, ਤੇਰੀ ਜ਼ਿੰਦਗੀ ਜਿਹੜੀ ਆ ਸੁਹੇਲੀ, ਸੁੱਖ ਵਾਲੀ ਹੋ ਜਾਏਗੀ। ਤੇਰੇ ਅੰਦਰ ਸਹਿਜ ਆ ਜਾਏਗਾ। ਤ੍ਰਿਸ਼ਨਾ ਤਿਖਾ ਨਿਵਾਰੀ ਜੀਓ। ਜਿਹੜੀ ਪਿਆਸ ਸੀ ਦੁਨੀਆ ਦੇ ਪਦਾਰਥਾਂ ਦੀ, ਇੱਕਦਮ ਠੰਡੀ ਠਾਰ ਹੋ ਜਾਏਗੀ। ਸਹਸਾ ਤੋੜੇ ਭਰਮ ਚੁਕਾਏ, ਸਹਿਜੇ ਸਿਫਤੀ ਧਨਖ ਚੜਾਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਪਹਿਲਾਂ ਤੀਰ ਸਾਨੂੰ ਲੱਗਦਾ ਗੁਰੂ ਦੇ ਪ੍ਰੇਮ ਦਾ, ਫਿਰ ਪਿਆਰਿਓ, ਜਿਹਨੂੰ ਗੁਰੂ ਦੇ ਪ੍ਰੇਮ ਦਾ ਤੀਰ ਲੱਗ ਜਾਂਦਾ ਨਾ, ਗੁਰੂ ਉਹਦੇ ਹੱਥ ਦੇ ਵਿੱਚ ਇੱਕ ਧਨੁਸ਼ ਫੜਾਉਂਦੇ ਆ। ਕਹਿੰਦੇ, ਸਿੱਖਾ, ਪਹਿਲਾਂ ਮੈਂ ਤੇਰੇ ਕਲੇਜੇ ਨੂੰ ਵਿੰਨਿਆ ਤੀਰ ਦੇ ਨਾਲ, ਹੁਣ ਇੱਕ ਕੰਮ ਕਰ, ਆਪਣੇ ਹੱਥਾਂ ਵਿੱਚ ਧਨਖ ਫੜ ਤੇ ਆਪਣੇ ਮਨ ਨੂੰ ਜਿਹੜਾ ਇਹ ਭਟਕਦਾ ਪਿਆ ਆ, ਇਹਨੂੰ ਤੂੰ ਨਾਮ ਸਿਮਰਨ ਦੇ ਤੀਰ ਮਾਰ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਹਸਾ ਤੋੜੇ ਭਰਮ ਚੁਕਾਏ। ਅੰਦਰੋਂ ਭਰਮ ਕਿਵੇਂ ਚੱਕੇ ਜਾਣਗੇ, ਅੰਦਰ ਦੇ ਸੰਸੇ ਕਿਵੇਂ ਦੂਰ ਹੋਣਗੇ? ਸਹਿਜੇ ਸਿਫਤੀ ਧਨਖ ਚੜਾਏ। ਅੰਦਰ ਸਿਫਤੀ ਦੇ ਅਰਥ ਨੇ ਪ੍ਰਮਾਤਮਾ ਦੇ ਗੁਣ ਗਾਉਣੇ, ਪ੍ਰਮਾਤਮਾ ਦੇ ਗੁਣ ਗਾਉਣੇ, ਵਾਹਿਗੁਰੂ ਜਪ ਕਰਨਾ। ਇਹ ਇੱਕ ਧਨਖ ਜਿਹੜਾ ਇਹਨੂੰ ਚਲਾਉਣਾ, ਬਾਣ ਚਲਾਉਣਾ, ਤੀਰ ਚਲਾਉਣਾ ਆ।
ਗੁਰ ਕੈ ਸ਼ਬਦ ਮਰੈ ਮਨ ਮਾਰੇ, ਸੁੰਦਰ ਜੋਗਾ ਧਾਰੀ ਜੀਓ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਉਹ ਸੋਹਣੇ ਜੋਗੀਆ, ਜੇ ਤੂੰ ਸਭ ਤੋਂ ਸੁੰਦਰ ਜੋਗ ਦੀ ਜੁਗਤੀ ਜਾਣੀ ਚਾਹੁੰਦਾ ਨਾ, ਕਿਵੇਂ ਪਰਮੇਸ਼ਰ ਨਾਲ ਜੁੜਿਆ ਜਾਵੇ, ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਮਾਰ। ਇਸ ਤੋਂ ਉੱਤੇ ਕੋਈ ਜੋਗ ਹੈ ਨਹੀਂ ਸੰਸਾਰ ਦੇ ਅੰਦਰ। ਗੁਰ ਕੈ ਸ਼ਬਦ ਮਰੈ ਮਨ ਮਾਰੇ। ਜਿਹੜਾ ਮਨ ਭਟਕਦਾ ਫਿਰਦਾ ਨਾ, ਗੁਰੂ ਤੇਰੇ ਹੱਥਾਂ ਦੇ ਵਿੱਚ ਕਹਿੰਦੇ ਨੇ, ਇਹ ਵਾਹਿਗੁਰੂ ਮੰਤਰ ਇੱਕ ਤੀਰ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ, ਪਾਪੜਿਆਂ ਪਾਛਾੜ ਬਾਣ ਸਚਾਵਾ ਸੰਨ ਕੇ, ਗੁਰਮੰਤਰ ਰਾ ਚਿਤਾੜ ਨਾਨਕ ਦੁੱਖ ਨਾ ਥੀਵੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਪਿਆਰਿਆ ਤੂੰ ਜਿਵੇਂ ਇੱਕ ਤੀਰ ਅੰਦਾਜ਼ ਜਿਹੜਾ ਆ, ਆਪਣੀ ਸਾਰੀ ਸੁਰਤੀ ਟਿਕਾ ਕੇ ਤੀਰ ਚਲਾਉਂਦਾ ਆ, ਜਦੋਂ ਤੂੰ ਨਾਮ ਜਪਦਾ ਆ, ਉਸੇ ਤਰ੍ਹਾਂ ਤੂੰ ਸੁਰਤ ਟਿਕਾ ਕੇ ਵਾਹਿਗੁਰੂ ਵਾਹਿਗੁਰੂ ਜਪ। ਸੱਚੀ ਗੱਲ, ਤੈਨੂੰ ਦੁੱਖ ਪੋ ਨਹੀਂ ਸਕਦੇ। ਬਾਣ ਸਚਾਵਾ ਸੰਨ ਕੇ, ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਜਪ। ਖੈਰ ਪਿਆਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਹਉਮੈ ਜਲਿਆ ਮਨੋ ਵਿਸਾਰੇ, ਜੰਪੁਰ ਵੱਜੇ ਖੜਗ ਕਰਾਰੇ। ਇੱਕ ਉਹ ਨੇ ਜਿਨ੍ਹਾਂ ਨੂੰ ਗੁਰੂ ਦਾ ਤੀਰ ਲੱਗਾ, ਇੱਕ ਉਹ ਨੇ ਜਿਨ੍ਹਾਂ ਨੂੰ ਹੰਕਾਰ ਦਾ ਤੀਰ ਲੱਗਾ, ਇੱਕ ਉਹ ਨੇ ਜਿਨ੍ਹਾਂ ਨੂੰ ਸੰਸਾਰ ਦਾ ਤੀਰ ਲੱਗਾ, ਇੱਕ ਉਹ ਨੇ ਜਿਨ੍ਹਾਂ ਨੂੰ ਨਿਰੰਕਾਰ ਦਾ ਤੀਰ ਲੱਗਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਨਿਰੰਕਾਰ ਦਾ ਤੀਰ ਤੈਨੂੰ ਨਿਰੰਕਾਰ ਤੱਕ ਲੈ ਜਾਏਗਾ, ਸੰਸਾਰ ਦਾ ਤੀਰ ਤੈਨੂੰ ਸਵਾਹ ਕਰ ਦੇਗਾ। ਹਉਮੈ ਜਲਿਆ ਮਨੋ ਵਿਸਾਰੇ, ਸਵਾਹ ਕਰ ਦੇਗਾ ਨਾ। ਹਉਮੈ ਜਲਿਆ, ਹਉਮੈ ਦੇ ਵਿੱਚ ਤੂੰ ਜਲ ਜਾਏਗਾ ਉਹ ਬੰਦਿਆ। ਮਨੋ ਵਿਸਾਰੇ, ਤੂੰ ਆਪਣੇ ਮਨੋਂ ਰੱਬ ਨੂੰ ਵਿਸਾਰ ਦਿੱਤਾ। ਜੰਪੁਰ ਵੱਜੇ ਖੜਗ ਕਰਾਰੇ, ਜਮਾ ਦੂਤਾਂ ਦੇ ਫਿਰ ਸ਼ਸਤਰ ਆਣ ਕੇ ਤੈਨੂੰ ਲੱਗਣਗੇ। ਜਮਾ ਦੂਤਾਂ ਦਾ ਡੰਡ, ਕਬੀਰ ਜਮ ਕਾ ਠਹਿੰਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਪਿਆਰਿਓ, ਇਹੋ ਜਿਹਾ ਜਮਾ ਦਾ ਠਹਿੰਗਾ ਮੁਖ ਤੇ ਪਏਗਾ। ਤੇ ਮੈਂ ਬੇਨਤੀ ਕਰਾਂ, ਅੱਜ ਇਹ ਪ੍ਰਚਾਰ ਬੜਾ ਹੋ ਰਿਹਾ ਹੈ ਜੀ, ਇਹ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਕੱਚ ਪਕਾਈ ਉੱਥੇ ਪਾਏ। ਉੱਥੇ ਦੇ ਅਰਥ ਵੀ ਕੋਈ ਹੈ ਨਾ, ਜਿੱਥੇ ਕੱਚਿਆਂ ਪੱਕਿਆਂ ਦੀ ਸਾਰ ਹੁੰਦੀ ਹੈ। ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ। ਜੇ ਕੋਈ ਇਹਾਂ ਸੰਸਾਰ ਹੈ, ਫਿਰ ਉਹਾਂ ਵੀ ਹੈ। ਜੇ ਇੱਥੇ ਹੈ ਤਾਂ ਉੱਥੇ ਹੈ। ਜਿਹੜੇ ਕਹਿੰਦੇ ਇਹ ਚੀਜ਼ਾਂ ਹੁੰਦੀਆਂ ਨੇ ਨਾ, ਸੱਚੀ ਗੱਲ, ਉਹਨਾਂ ਨੇ ਗੁਰੂ ਬਾਬੇ ਦੀ ਬਾਣੀ ਦੇ ਸਿਧਾਂਤ ਨੂੰ ਸਮਝਿਆ ਹੀ ਨਹੀਂ। ਅਬ ਕੇ ਕਹਿਆ ਨਾਮ ਨਾ ਮਿਲਈ। ਗੁਰੂ ਨਾਨਕ ਸਾਹਿਬ ਕਹਿੰਦੇ, ਜਦੋਂ ਜਮਾ ਦੂਤਾਂ ਦੀ ਕਰਾਰੀ ਮਾਰ ਪੈਣੀ ਹੈ ਨਾ ਉਹ ਮਨਾ, ਉਦੋਂ ਫਿਰ ਨਾਮ ਨਹੀਂ ਤੈਨੂੰ ਮਿਲਣਾ। ਤੂੰ ਸਹੁ ਜੀੜੇ ਭਾਰੀ ਜੀਓ। ਫਿਰ ਤੂੰ ਆਪਣੇ ਕੀਤੇ ਹੋਏ ਕੰਮਾਂ ਦਾ ਜਿਹੜਾ ਹੈ ਨਾ, ਲੇਖਾ ਹੀ ਦੇਣਾ ਪੈਣਾ ਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਮਾਇਆ ਮਮਤਾ ਪਵੈ ਖਿਆਲੀ। ਹੁਣ ਤੇਰੇ ਅੰਦਰ ਮਮਤਾ ਦੀ ਅੱਗ ਜਿਹੜੀ ਆ, ਤੇਰੀ ਇੱਕ ਇੱਕ ਖਿਆਲ ਦੇ ਅੰਦਰ ਕੇਵਲ ਪੈਸੇ, ਕੇਵਲ ਸੰਸਾਰ, ਕੇਵਲ ਮਾਇਆ ਵਸੀ ਹੋਈ ਹੈ। ਜੰਪੁਰ ਫਾਸੇਗਾ ਜਮ ਜਾਲੀ। ਤੇਰੇ ਇੱਕ ਇੱਕ ਅੰਦਰ ਦੇ ਖਿਆਲ ਨੂੰ ਸੰਸਾਰ ਦੇ ਤੀਰ ਨੇ ਵਿੰਨਿਆ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਸੰਸਾਰ ਦੇ ਤੀਰ ਤੈਨੂੰ ਫਸਾ ਕੇ ਰੱਖ ਦੇਣਗੇ। ਇਹ ਤੇਰੇ ਆਲੇ ਦੁਆਲੇ ਇੱਕ ਜਾਲਾ ਬਣਾ ਕੇ ਤੇ ਤੇਰੇ ਅੰਦਰ ਜਿਹੜਾ ਇਹ ਆਤਮਾ ਆ, ਉਹਨੂੰ ਫਸਾ ਦੇਣਗੇ। ਹੇਤ ਕੇ ਬੰਧਨ ਤੋੜ ਨਾ ਸਕੈ, ਤਾ ਜਮ ਕਰੇ ਖੁਆਰੀ ਜੀਓ। ਇਹੋ ਜਿਹੇ ਬੰਧਨਾਂ ਦੇ ਵਿੱਚ, ਹੇਤ ਦੇ ਅਰਥ ਨੇ ਮਮਤਾ, ਮੋਹ, ਇਹੋ ਜਿਹੇ ਮੋਹ ਦੇ ਬੰਧਨਾਂ ਦੇ ਵਿੱਚ ਤੂੰ ਜਕੜਿਆ ਜਾਏਗਾ ਨਾ, ਸੰਸਾਰ ਦੇ ਤੀਰਾਂ ਨਾਲ ਵਿੰਨ ਹੋਏ ਵਾਲਿਆ, ਤਾ ਜਮ ਕਰੇ ਖੁਆਰੀ ਜੀਓ। ਫਿਰ ਤੈਨੂੰ ਖੁਆਰੀ ਹੀ ਪ੍ਰਾਪਤ ਹੋਵੇਗੀ। ਅਖੀਰਲੀਆਂ ਪੰਕਤੀਆਂ ਅੰਦਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜੇ ਪੁੱਛੀਏ ਬਾਬਾ ਜੀ ਤੁਸੀਂ ਆਪਣੇ ਆਪ ਨੂੰ ਕੁਰਬਾਨ ਕੀਤਾ, ਤੁਹਾਡੇ ਤੀਰ ਲੱਗਿਆ, ਇਹ ਤੁਹਾਡੀ ਮਿਹਨਤ ਆ, ਤੁਹਾਡੀ ਮਸ਼ੱਕਤ ਆ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ, ਨਾ ਹੋ ਕਰਤਾ ਨਾ ਮੈਂ ਕੀਆ। ਮੈਂ ਨਹੀਂ ਕੁਝ ਵੀ ਕੀਤਾ, ਮੇਰੇ ਹੱਥ ਵਿੱਚ ਕੁਝ ਨਹੀਂ। ਅੰਮ੍ਰਿਤ ਨਾਮ ਸਤਿਗੁਰ ਦੀਆ। ਮੇਰੇ ਗੁਰੂ ਨੇ ਤਰੁੱਠ ਕੇ ਮੈਨੂੰ ਅੰਮ੍ਰਿਤ ਨਾਮ ਦੇ ਦਿੱਤਾ। ਅੰਮ੍ਰਿਤ ਹਰ ਮੁਖ ਚੋਇਆ, ਗੁਰ ਅੰਮ੍ਰਿਤ ਹਰ ਮੁਖ ਚੋਇਆ। ਫਿਰ ਮਰਦਾ ਬੋੜ ਜੀਵਾਇਆ ਰਾਮ। ਮੈਨੂੰ ਮੋਏ ਹੋਏ ਨੂੰ ਮੇਰੇ ਗੁਰੂ ਨੇ ਨਵਾਂ ਜੀਵਨ ਬਖਸ਼ ਦਿੱਤਾ ਅੰਮ੍ਰਿਤ ਨਾਮ ਦੇ ਕੇ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸ਼ਰਨ ਤੁਮਾਰੀ ਜੀਓ। ਜਿਸ ਨੂੰ ਪਰਮਾਤਮਾ ਦੇ ਦੇ ਨਾ, ਜਿਹਨੂੰ ਰੱਬ ਦੇ ਦੇ, ਉਹਨੂੰ ਹੋਰ ਕੋਈ ਚਾਰਾ, ਉਹਨੂੰ ਹੋਰ ਕੋਈ ਚੀਜ਼ ਦੀ ਲੋੜ ਨਹੀਂ ਪੈ ਜਾਂਦੀ। ਨਾਨਕ ਸ਼ਰਨ ਤੁਮਾਰੀ ਜੀਓ। ਗੁਰੂ ਨਾਨਕ ਸਾਹਿਬ ਕਹਿੰਦੇ, ਰੱਬਾ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਅਸੀਂ ਅਰਦਾਸ ਕਰੀਏ, ਹੇ ਗੁਰੂ ਨਾਨਕ ਸਾਹਿਬ, ਸਾਨੂੰ ਸੰਸਾਰ ਦੇ ਤੀਰ ਨਾ ਵੱਜਣ, ਸਾਨੂੰ ਨਿਰੰਕਾਰ ਦਾ ਤੀਰ ਵੱਜੇ। ਜਿਨ੍ਹਾਂ ਨੂੰ ਨਿਰੰਕਾਰ ਦਾ ਤੀਰ ਵੱਜ ਗਿਆ, ਉਹਨਾਂ ਦਾ ਜਨਮ ਮਰਨ ਕੱਟਿਆ ਗਿਆ,
ਉਹ ਪਰਮੇਸ਼ਰ ਦੇ ਆਨੰਦ ਦੇ ਵਿੱਚ ਲੀਨ ਹੋ ਗਏ ਨੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਮੈਂ 2-3 ਮਿੰਟ ਪਹਿਲਾਂ ਹੀ ਸਮਾਪਤੀ ਕਰ ਰਿਹਾ, ਕਿਉਂਕਿ ਪਹਿਲਾਂ ਵੀ ਮੇਰੀ ਅਣਗਹਿਲੀ ਕਰਕੇ ਮੈਂ ਗੁਰੂ ਕੇ ਢਾਡੀ ਸਿੰਘਾਂ ਦੇ ਟਾਈਮ 'ਚੋਂ, ਭਾਵੇਂ ਇਹ ਮੈਨੂੰ ਪਤਾ ਕਿ ਪ੍ਰੇਮ ਨਾਲ ਭਰੇ ਹੋਏ ਮੈਨੂੰ ਛੋਟਾ ਅਣਜਾਣ ਸਮਝ ਕੇ ਕੁਝ ਨਹੀਂ ਕਹਿੰਦੇ, ਪਰ ਫਿਰ ਵੀ ਮੈਨੂੰ ਪਤਾ ਹੈ ਪਹਿਲੇ ਦਿਨ ਮੇਰੀ ਗਲਤੀ, ਕੱਲ੍ਹ ਵੀ ਥੋੜ੍ਹਾ ਸਮਾਂ 1-ਅੱਧਾ ਮਿੰਟ ਵੱਧ ਹੋ ਗਿਆ, ਇਸ ਕਰਕੇ ਪਹਿਲਾਂ ਸਮਾਪਤੀ ਕਰ ਦਿੰਦੇ ਹਾਂ। ਸਾਰੀ ਸੰਗਤ ਬਖਸ਼ੋ ਅਸੀਸ। ਅਖੀਰਲੀਆਂ ਪੰਕਤੀਆਂ ਪੜ੍ਹ ਕੇ, ਸਮਾਪਤੀ ਦਾ ਸ਼ਬਦ ਪੜ੍ਹ ਕੇ ਫਤਿਹ ਗਜਾਉਂਦੇ ਹਾਂ ਜੀ। ਨਾ ਹੋ ਕਰਤਾ ਨਾ ਮੈਂ ਕੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਜਿਸ ਤੂ ਦੇਹ ਤਿਸੈ ਕਿਆ ਚਾਰਾ, ਨਾਨਕ ਸਰਨ ਤੁਮਾਰੀ ਜੀਓ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਤ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਾਹਿਬ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ, ਵਾਹਿਗੁਰੂ। ਇਹ ਸਤਿਕਾਰਯੋਗ ਗਿਆਨੀ ਸੁੱਖਾ ਸਿੰਘ ਜੀ, ਜਿਨ੍ਹਾਂ ਪਾਸੋਂ ਆਪ ਸੰਗਤਾਂ ਨੇ ਗੁਰੂ ਦੀ ਬਾਣੀ ਦੀ ਗੱਲ ਦੀ ਲੜੀ